श्री राग महला चौथा। नाम मिलै मन तृप्तियै, बिन नाम त्रिग जीवास। नाम मिलै मन तृप्तियै, बिन नाम त्रिग जीवास। ਇਹ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਆਪ ਪਿਆਰ ਨਾਲ ਸਾਨੂੰ ਇਹ ਸ਼ਬਦ ਦੇ ਅੰਦਰ ਸਮਝਾਉਂਦੇ ਹੈ, ਕਿਉਂਕਿ ਇਨਸਾਨ ਤ੍ਰਿਪਤੀ ਔਰ ਸ਼ਾਂਤੀ ਦੀ ਖੋਜ ਵਿੱਚ ਮਾਰਿਆ ਫਿਰਦਾ ਹੈ। ਆਮ ਤੌਰ ਦੇ ਉੱਤੇ ਅਸੀਂ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਸ਼ਾਂਤੀ ਢੂੰਡਦੇ ਹਾਂ। ਕੀ ਕਰਦੇ ਹਾਂ? ਔਲਾਦ ਪੈਦਾ ਕਰਦੇ ਹਾਂ, ਬੱਚੇ ਬੜੇ ਹੋਣਗੇ, ਲੜਕਾ ਬੜਾ ਹੋਏਗਾ, ਮੈਨੂੰ ਕੋਈ ਫਿਕਰ ਨਹੀਂ ਰਹੇਗਾ, ਘਰ ਦਾ ਕਾਰੋਬਾਰ ਉਹ ਚਲਾਏਗਾ, ਮੈਨੂੰ ਸ਼ਾਂਤੀ ਹੋ ਜਾਏਗੀ। ਲੇਕਿਨ ਤਜਰਬਾ ਦੱਸਦਾ ਹੈ ਕਿ ਜਦ ਬੱਚਾ ਪੈਦਾ ਹੁੰਦਾ ਹੈ, ਅਸੀਂ ਪਾਰਟੀਆਂ ਕਰਦੇ ਹਾਂ, ਇੱਕ ਦੂਜੇ ਨੂੰ ਵਧਾਈਆਂ ਵੀ ਦਿੰਦੇ ਹਾਂ, ਉਸ ਦੀ ਪੜ੍ਹਾਈ ਦਾ ਵੀ ਅੱਛਾ ਇੰਤਜ਼ਾਮ ਕਰਦੇ ਹਾਂ, ਸਭ ਕੁਛ ਹੀ ਕਰਦੇ ਹਾਂ। ਅਗਰ ਉਹ ਪੜ੍ਹ ਲਿਖ ਕੇ ਨਲਾਇਕ ਨਿਕਲ ਜਾਵੇ, ਮਾਂ ਬਾਪ ਦੇ ਕਹੇ ਕਾਰ ਨਾ ਹੋਵੇ, ਤਾਂ ਮਾਂ ਬਾਪ ਜਿਸ ਵਿੱਚੋਂ ਸ਼ਾਂਤੀ ਸਮਝਦੇ ਸੀਗੇ ਉਹੀ ਦੁੱਖ ਦਾ ਕਾਰਨ ਬਣ ਕੇ ਬਹਿ ਜਾਂਦਾ ਹੈ। ਅਗਰ ਪ੍ਰਮਾਤਮਾ ਦਾ ਭਾਣਾ ਉਸ ਨੂੰ ਵਾਪਸ ਬੁਲਾ ਲਵੇ ਤਾਂ ਮਾਂ ਬਾਪ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀਗੀ ਕਿ ਪੜ੍ਹਾਇਆ ਲਿਖਾਇਆ, ਜਦ ਜਵਾਨ ਹੋਇਆ ਸ਼ਾਂਤੀ ਲੈਣੀ ਸੀਗੀ, ਹੁਣ ਉਹ ਚਲਿਆ ਗਿਆ ਹੈ। ਮਹਾਤਮਾ ਸਾਨੂੰ ਦੱਸਦੇ ਹੈ, ਮੂਰਖ ਇਹ ਸਮਝਦੇ ਪੁੱਤਰ ਸੁਖ ਕੋ ਦੇ, ਜਨਮ ਤੋਂ ਲੈ ਮਰਨ ਤੱਕ ਅੰਤ ਦੁੱਖ ਕੋ ਦੇ। ਆਪ ਕਹਿਣ ਲੱਗੇ ਉਹ ਮੂਰਖ ਹੈ ਜੋ ਇਹਨਾਂ ਚੀਜ਼ਾਂ ਦੇ ਵਿੱਚੋਂ ਸ਼ਾਂਤੀ ਤ੍ਰਿਪਤੀ ਢੂੰਡਦੇ ਹੈ। ਫਿਰ ਸਾਡਾ ਖਿਆਲ ਦੁਨੀਆ ਦੀ ਮਾਨ ਵਡਿਆਈ ਦੀ ਤਰਫ ਜਾਂਦਾ ਹੈ, ਹਕੂਮਤ ਦੀ ਤਰਫ ਜਾਂਦਾ ਹੈ। ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਅਗਰ ਸਾਨੂੰ ਮੁਲਕ ਦੀ ਬਾਗਡੋਰ ਮਿਲ ਜਾਵੇ, ਬੜੇ ਸਾਰੇ ਕੋਈ ਲੀਡਰ ਬਣ ਜਾਈਏ, ਸ਼ਾਂਤੀ ਆ ਜਾਏਗੀ, ਮੌਜ ਨਾਲ ਰਾਜ ਕਰਾਂਗੇ। ਸਾਨੂੰ ਪਤਾ ਹੈ ਕਿ ਜਿੰਨਾ ਸਿਰ ਵੱਡਾ ਉਨੀ ਵੱਡੀ ਪੀੜ ਹੁੰਦੀ ਹੈ। ਜਦ ਮੁਲਕ ਦੀ ਬਾਗਡੋਰ ਸਾਨੂੰ ਮਿਲ ਜਾਂਦੀ ਹੈ, ਉਦੋਂ ਉਸ ਦੇ ਖੁੱਸਣ ਦੇ ਉੱਤੇ ਡਰ ਲੱਗਿਆ ਰਹਿੰਦਾ ਹੈ। ਕਦੇ ਕੋਈ ਪਾਰਟੀ ਰੌਲਾ ਪਾਉਂਦੀ ਹੈ, ਕਦੇ ਕੋਈ ਪਾਉਂਦੀ ਹੈ। ਸਾਰੀ ਜੋ ਸ਼ਾਂਤੀ ਹੁੰਦੀ ਹੈ, ਪਹਿਲੀ ਵੀ ਥੋੜੀ ਬਹੁਤੀ ਉਹ ਵੀ ਭੰਗ ਹੋ ਜਾਂਦੀ ਹੈ। ਦੂਸਰੀਆਂ ਪਾਰਟੀਆਂ ਦਾ ਡਰ ਲੱਗਿਆ ਰਹਿੰਦਾ ਹੈ, ਰਾਤੋਂ ਰਾਤ ਤਖਤੇ ਪਲਟੇ ਜਾਂਦੇ ਹੈ। ਉਹਨਾਂ ਲੀਡਰਾਂ ਨੂੰ ਲੋਕ ਗੋਲੀ ਦਾ ਨਿਸ਼ਾਨਾ ਬਣਾ ਦਿੰਦੇ ਹੈ, ਜਿਨ੍ਹਾਂ ਦੇ ਅੱਗੇ ਨਮਸਕਾਰਾਂ ਕਰਦੇ ਸਨ। ਤੁਸੀਂ ਸੋਚ ਕੇ ਦੇਖ ਲਓ ਉਹਨਾਂ ਦੀ ਕਿਸ ਤਰ੍ਹਾਂ ਲੋਕ ਦੁਰਦਸ਼ਾ ਕਰਦੇ ਹੈ, ਜੇਲ੍ਹਾਂ ਦੇ ਵਿੱਚ ਠੋਸ ਦਿੰਦੇ ਹੈ, ਫਾਂਸੀਆਂ ਦੇ ਤਖਤਿਆਂ ਦੇ ਉੱਤੇ ਚੜਾ ਦਿੰਦੇ ਹੈ। ਪਤਾ ਲੱਗਦਾ ਹੈ ਕਿ ਜਿੱਥੇ ਅਸੀਂ ਸੁੱਖ ਜਿਹੜੀ ਹਕੂਮਤ ਦੇ ਵਿੱਚੋਂ ਢੂੰਡਦੇ ਸਾਂ, ਉਹ ਦੁੱਖ ਦਾ ਕਾਰਨ ਬਣ ਜਾਂਦੀ ਹੈ। ਜਿਤਨੀ ਵੀ ਸ਼ਾਂਤੀ ਪਹਿਲਾਂ ਹੁੰਦੀ ਹੈ ਉਹ ਵੀ ਭੰਗ ਹੋ ਜਾਂਦੀ ਹੈ। ਫਿਰ ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਦੁਨੀਆ ਦੇ ਧਨ ਦੌਲਤ ਦੇ ਵਿੱਚੋਂ ਹੀ ਸ਼ਾਇਦ ਸ਼ਾਂਤੀ ਹੋਏਗੀ, ਤ੍ਰਿਪਤੀ ਹੋਏਗੀ। ਸਾਨੂੰ ਪਤਾ ਹੈ ਕਿ ਬੜੀਆਂ ਅਸੀਂ ਕੁਰਬਾਨੀਆਂ ਕਰਕੇ ਧਨ ਦੌਲਤ ਇਕੱਠਾ ਕਰਦੇ ਹਾਂ, ਲੇਕਿਨ ਜਦ ਉਹੀ ਮੁਕੱਦਮਿਆਂ ਦੀਆਂ ਫੀਸਾਂ ਦੇ ਵਿੱਚ ਜਾਂ ਡਾਕਟਰਾਂ ਦੀਆਂ ਫੀਸਾਂ ਦੇ ਵਿੱਚ ਨਿਕਲ ਜਾਂਦਾ ਹੈ, ਜਿਹੜੇ ਦੁੱਖ ਅਸੀਂ ਉਹਨੂੰ ਇਕੱਠਾ ਕਰਨ ਦੇ ਭੋਗੇ ਸਨ, ਝੱਲੇ ਸਨ, ਉਹ ਲਾਹੇ ਦੇ ਸਨ। ਜਾਂਦਾ ਹੋਇਆ ਧਨ ਪੂਰੀ ਤਰ੍ਹਾਂ ਦੁੱਖ ਦੇ ਵਿੱਚ, ਮੁਸੀਬਤਾਂ ਦੇ ਵਿੱਚ ਫਸਾ ਦਿੰਦਾ ਹੈ। ਪਤਾ ਲੱਗਦਾ ਹੈ ਕਿ ਜਦ ਘਾਟਾ ਪੈ ਜਾਂਦਾ ਹੈ, ਸ਼ਾਹੂਕਾਰ ਲੋਕ ਸੁਣਦੇ ਹੀ ਟੈਲੀਫੋਨ ਦੇ ਨਾਲ ਹੀ ਕੰਨ ਲੱਗਿਆ ਰਹਿ ਜਾਂਦਾ ਹੈ। ਉੱਥੇ ਹੀ ਕਹਿ ਦਿੰਦੇ ਆ ਕਿ ਜੀ ਹਲਟ ਫੇਲ ਹੋ ਗਿਆ।
ਇਹ ਧਨ ਦੀ ਹਾਲਤ ਹੁੰਦੀ ਹੈ, ਇਹ ਮਾਇਆ ਦੇ ਪੁਜਾਰੀਆਂ ਦੀ ਹਾਲਤ ਹੁੰਦੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਸ਼ਾਂਤੀ ਨਹੀਂ ਮਿਲਦੀ, ਬਲਕਿ ਜਿਹੜੀ ਥੋੜ੍ਹੀ ਬਹੁਤੀ ਪ੍ਰਾਪਤ ਹੁੰਦੀ ਹੈ ਉਸ ਨੂੰ ਵੀ ਅਸੀਂ ਖਤਮ ਕਰ ਲੈਂਦੇ ਹਾਂ। ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਸ਼ਾਇਦ ਪੜ੍ਹੇ ਲਿਖੇ ਆਦਮੀ ਸ਼ਾਂਤ ਹੋਣਗੇ, ਸੌਖੇ ਹੋਣਗੇ, ਉਹਨਾਂ ਨੂੰ ਜ਼ਰੂਰ ਤ੍ਰਿਪਤੀ ਹੋਏਗੀ। ਲੇਕਿਨ ਪੜ੍ਹ ਲਿਖ ਕੇ ਕੀ ਹੁੰਦਾ ਹੈ, ਬਹਿਸ ਮੁਬਾਸੇ ਦੀ ਆਦਤ ਬਣ ਜਾਂਦੀ ਹੈ, ਇੱਕ ਦੂਸਰੇ ਦੀ ਨਿਕਤਾਚੀਨੀ ਕਰਨ ਦੇ ਉੱਤੇ ਆਦਤ ਬਣ ਜਾਂਦੀ ਹੈ। ਜਿਹੜੀ ਪਹਿਲੀ ਥੋੜ੍ਹੀ ਬਹੁਤੀ ਵੀ ਸ਼ਾਂਤੀ ਹੁੰਦੀ ਹੈ ਉਸ ਨੂੰ ਵੀ ਅਸੀਂ ਖਤਮ ਕਰ ਬੈਠੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪੜ੍ਹਿਆ ਸ਼ਾਂਤ ਨਾ ਆਵੇ, ਪੁੱਛੋ ਗਿਆਨੀਆਂ ਜਾਏ। ਉਹ ਕਹਿੰਦੇ ਤੁਸੀਂ ਸਾਡੇ ਕਹਿਣ ਤੇ ਨਾ ਰਹੋ, ਤੁਸੀਂ ਗਿਆਨੀਆਂ ਨੂੰ, ਫਿਲਾਸਫਰਾਂ ਨੂੰ ਜਾ ਕੇ ਪੁੱਛ ਸਕਦੇ ਹੋ, ਕਿਉਂ ਬਈ ਤੁਹਾਨੂੰ ਸ਼ਾਂਤੀ ਹੈ, ਤ੍ਰਿਪਤੀ ਹੈ? ਉਹ ਕਹਿਣਗੇ ਨਹੀਂ। ਇਸ ਵਾਸਤੇ ਤਜਰਬਾ ਦੱਸਦਾ, ਸਹਿਜੋ ਬਾਈ ਕਹਿੰਦੀ ਹੈ, ਨਾ ਸੁਖ ਵਿਦਿਆ ਦੇ ਪੜ੍ਹੇ, ਨਾ ਸੁਖ ਬਾਦ ਵਿਵਾਦ, ਸਾਧ ਸੁਖੀ ਸਹਿਜੋ ਕਹੇ, ਜਿਨ ਲੱਗੀ ਸੁਨ ਸਮਾਦ। ਆਪ ਕਹਿਣ ਲੱਗੇ ਨਾ ਤਾਂ ਬਹਿਸ ਮਾਸਾਂ ਦੇ ਵਿੱਚ ਸੁੱਖ ਹੈ, ਨਾ ਕੋਈ ਜ਼ਿਆਦਾ ਵਿਦਿਆ ਪੜ੍ਹਨ ਦੇ ਵਿੱਚ ਸੁੱਖ ਹੈ। ਅਗਰ ਸੁੱਖ ਹੈ ਤਾਂ ਸਾਡੀ ਜਦ ਉਸ ਮਾਲਕ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ, ਫੇਰ ਹੀ ਸੁੱਖ ਤੇ ਸ਼ਾਂਤੀ ਹੈ। ਇਸੇ ਤਰ੍ਹਾਂ ਆਪ ਕਹਿੰਦੀ ਹੈ ਸਹਿਜੋ ਬਾਈ, ਧਨਵੰਤ ਤੇ ਅਤਿ ਹੀ ਦੁਖੀ, ਨਿਰਧਨ ਦੁਖ ਕਾ ਰੂਪ, ਸਾਧ ਸੁਖੀ ਸਹਿਜੋ ਕਹੇ, ਜਿਨ ਪਾਇਆ ਭੇਦ ਅਨੂਪ। ਆਪ ਕਹਿਣ ਲੱਗੇ ਧਨਵੰਤ ਤੇ ਵੀ ਦੁਖੀ ਹੈ, ਕਿਉਂਕਿ ਇਨਕਮ ਟੈਕਸ ਦਾ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ, ਚੋਰਾਂ ਦਾ ਡਰ ਲੱਗਿਆ ਰਹਿੰਦਾ ਹੁੰਦਾ ਹੈ। ਔਰ ਇਸੇ ਤਰ੍ਹਾਂ ਆਪ ਕਹਿੰਦੇ ਜੇ ਕੋਲੇ ਪੈਸਾ ਨਹੀਂ, ਧਨ ਦੌਲਤ ਨਹੀਂ, ਫਿਰ ਵੀ ਅਸੀਂ ਦੁਖੀ ਹਾਂ, ਕਿਉਂਕਿ ਸੜਕਾਂ ਤੇ ਰੁਲਦਿਆਂ ਦੀ ਹਾਲਤ ਵੇਖੋ। ਸੋ ਮਹਾਤਮਾ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਹੈ, ਇਹ ਦੁਨੀਆ ਦੇ ਸਮਾਨ ਵਿੱਚ ਨਾ ਤਾਂ ਅੱਜ ਤਾਈਂ ਕਦੇ ਕਿਸੇ ਨੂੰ ਸੁੱਖ ਮਿਲਿਆ ਹੈ, ਨਾ ਸ਼ਾਂਤੀ ਮਿਲੀ ਸਕਦੀ ਹੈ। ਅਨੇਕਾਂ ਹੀ ਇਸ ਮੁਲਕ ਦੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ ਹੈ। ਮਹਾਤਮਾ ਸਾਨੂੰ ਦੱਸਦੇ ਹੈ ਕਿ ਉਹ ਛੱਡ ਗਏ ਹੈ, ਅਸੀਂ ਇਸ ਨੂੰ ਸਾਂਭਣ ਤੇ ਲੱਗੇ ਹੋਏ ਹਾਂ, ਇਸੇ ਤਰ੍ਹਾਂ ਅਸੀਂ ਵੀ ਛੱਡ ਜਾਣਾ ਹੈ। ਲੇਕਿਨ ਸਾਡੇ ਦਿਲ ਦਿਮਾਗ ਦੇ ਉੱਤੇ ਇਹ ਚੀਜ਼ ਅਸਰ ਨਹੀਂ ਕਰਦੀਗੀ। ਅਸੀਂ ਕਹਿੰਦੇ ਹਾਂ ਸ਼ਾਇਦ ਉਹ ਤਾਂ ਨਾਲ ਨਹੀਂ ਲਗਏ, ਅਸੀਂ ਲੈ ਜਾਵਾਂਗੇ। ਮਹਾਤਮਾ ਦੱਸਦੇ ਹੈ, ਧਰਤੀ ਕੰਜਰੀ ਵਾਂਗ ਨਾ ਖਸਮੜੀ ਹੈ, ਕਈ ਇਸ ਦੇ ਬਣ ਬਣਾ ਗਏ, ਕਈ ਕੈ ਕਰਕੇ ਇਸ ਦੀ ਛੱਡ ਗਏ, ਕਈ ਮੁੜ ਚੱਟਣ ਵਾਲੇ ਆ ਗਏ। ਅਗਰ ਇਹ ਧਨ ਦੌਲਤ, ਪੁੱਤਰ ਧੀਆਂ ਜਾਂ ਦੁਨੀਆ ਦਾ ਸਾਮਾਨ ਕਿਸੇ ਦਾ ਵੀ ਸਾਥ ਦਿੰਦਾ ਹੁੰਦਾ, ਸਾਥੋਂ ਪਹਿਲਾਂ ਸਾਡੇ ਬਜ਼ੁਰਗ ਹੋ ਚੁੱਕੇ ਹੈ, ਉਹ ਬੀਮੇ ਕਰਾ ਕੇ ਜ਼ਰੂਰ ਅੱਗੇ ਲੈ ਜਾਂਦੇ, ਅੱਜ ਸਾਡੇ ਹਿੱਸੇ ਵਿੱਚ ਨਾ ਆਉਂਦੀਆਂ। ਅਗਰ ਉਹ ਸਾਥ ਨਹੀਂ ਲਿਜਾ ਸਕੇ, ਅਸੀਂ ਕਿਹੜੀ ਆਸ ਲਾਈ ਬੈਠੇ ਹਾਂ ਕਿ ਅਸੀਂ ਇਹਨੂੰ ਸਾਥ ਲੈ ਜਾਵਾਂਗੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਇਹ ਸਰੀਰ ਵੀ ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ, ਅਸੀਂ ਇਹਨੂੰ ਇੱਥੇ ਹੀ ਛੱਡ ਜਾਣਾ ਹੈ, ਜਾਂ ਅੱਗ ਦੇ ਸਪੁਰਦ ਕਰ ਜਾਣਾ ਹੈ, ਜਾਂ ਇਸ ਨੂੰ ਮਿੱਟੀ ਦੇ ਸਪੁਰਦ ਕਰ ਜਾਣਾ ਹੈ। ਕਬੀਰ ਸਾਹਿਬ ਕਹਿੰਦੇ ਹੈ, ਇਹ ਤਨ ਕਾਗਜ਼ ਕੀ ਕੁੜੀਆ, ਬੂੰਦ ਪੜਤ ਗਲ ਜਾਏਗੋ, ਕਹਿਤ ਕਬੀਰ ਸੁਣੋ ਪੈਸਾ ਦੋ, ਇੱਕ ਨਾ ਬਿਨਾ ਪਛਤਾਓਗੋ। ਆਪ ਕਹਿਣ ਲੱਗੇ ਕਿ ਭਰਾਵੋ ਇਹ ਤਨ ਦੀ ਕੀ ਵਡਿਆਈ ਹੈ, ਜਿਸ ਤਰ੍ਹਾਂ ਕਾਗਜ਼ ਦੇ ਉੱਤੇ ਪਾਣੀ ਪੈ ਜਾਵੇ ਉਹ ਗਲ ਜਾਂਦਾ ਹੈ, ਇਸੇ ਤਰ੍ਹਾਂ ਇਸ ਨੂੰ ਕੋਈ ਬਿਮਾਰੀ ਨਕਾਰਾ ਕਰ ਦੇਗੀ। ਆਖਰ ਮੌਤ ਤਾਂ ਕਿਸੇ ਦਾ ਲਿਹਾਜ਼ ਕਰਦੀ ਨਹੀਂਗੀ। ਜਵਾਨੀ ਹੈ, ਵਡੇਪਾ ਆ ਜਾਂਦਾ ਹੈ, ਵਡੇਪੇ ਦੇ ਵਿੱਚ ਅਸੀਂ ਜਾਣਦੇ ਹੀ ਹਾਂ ਇਹੀ ਸਰੀਰ ਜਵਾਬ ਦੇ ਜਾਂਦਾ ਹੈ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਦੁਨੀਆ ਦੇ ਪਦਾਰਥਾਂ ਦੇ ਅੰਦਰ ਕੋਈ ਸੁੱਖ ਨਹੀਂ, ਸ਼ਾਂਤੀ ਨਹੀਂ। ਜੋ ਲੋਕ ਇੱਧਰੋਂ ਸ਼ਾਂਤੀ ਢੂੰਡਦੇ ਹੈ ਉਹਨਾਂ ਨੂੰ ਨਾ ਅੱਜ ਤਾਈਂ ਕਦੇ ਮਿਲੀ ਹੈ, ਨਾ ਕਦੇ ਮਿਲੀ ਸਕਦੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ ਕਿ ਕਿਸ ਚੀਜ਼ ਦੇ ਵਿੱਚ ਸ਼ਾਂਤੀ ਹੈ, ਕਿਸ ਵਿੱਚ ਸੁੱਖ ਹੈ। ਹਰ ਮਹਾਤਮਾ ਆਪੋ ਆਪਣਾ ਤਜਰਬਾ ਬਿਆਨ ਕਰਦਾ ਹੈ, ਕਿਉਂਕਿ ਧਰਮ ਗ੍ਰੰਥ ਕੀ ਚੀਜ਼ਾਂ ਹੈ। ਸਭ ਤੋਂ ਪਹਿਲਾਂ ਅਸੀਂ ਇਹ ਸੋਚਣਾ ਹੈ, ਇਹ ਉਹਨਾਂ ਸੰਤਾਂ ਮਹਾਤਮਾ ਗੁਰੂ ਸਾਹਿਬਾਨਾਂ ਦਾ ਰੂਹਾਨੀ ਰਿਕਾਰਡ ਹੈ, ਜਿਨ੍ਹਾਂ ਨੇ ਪਿੰਡ ਨੂੰ ਛੱਡੇ, ਬ੍ਰਹਮੰਡ ਦੇ ਉੱਤੇ ਚੜ੍ਹੇ, ਮਾਲਕ ਦੇ ਨਾਲ ਵਿਸਾਲ ਕੀਤਾ। ਜੋ ਜੋ ਨਜ਼ਾਰੇ ਉਹਨਾਂ ਨੂੰ ਅੱਗੇ ਪ੍ਰਾਪਤ ਹੋਏ, ਜੋ ਜੋ ਰੁਕਾਵਟਾਂ ਉਹਨਾਂ ਨੂੰ ਪੇਸ਼ ਆਈਆਂ, ਜਾਂ ਉਹਨਾਂ ਨੂੰ ਜੋ ਨਾਮ ਦੇ ਫਾਇਦੇ ਮਹਿਸੂਸ ਹੋਏ ਜਾਂ ਸ਼ਾਂਤੀ ਤ੍ਰਿਪਤੀ ਮਿਲੀ, ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਧਰਮ ਗ੍ਰੰਥਾਂ ਦੇ ਅੰਦਰ ਜ਼ਿਕਰ ਕਰ ਦਿੱਤਾ ਹੈ। ਹੁਣ ਅਸੀਂ ਪੜ੍ਹਦੇ ਹਾਂ, ਜਾਂ ਤਾਂ ਉਹਨਾਂ ਨਜ਼ਾਰਿਆਂ ਦਾ ਜ਼ਿਕਰ ਹੈ,
ਜਾਂ ਜਿਹੜੀਆਂ ਘਾਟੀਆਂ ਉਹਨਾਂ ਨੇ ਅਬੂਰ ਕੀਤੀਆਂ ਸਤਿਗੁਰਾਂ ਦੀ ਦਇਆ ਮਿਹਰ ਦੇ ਨਾਲ, ਉਹ ਉਹਨਾਂ ਦਾ ਜ਼ਿਕਰ ਕਰਦੇ ਹੈ। ਜਾਂ ਨਾਮ ਨੂੰ ਪ੍ਰਾਪਤ ਕਰਕੇ ਜੋ ਉਹਨਾਂ ਨੂੰ ਸ਼ਾਂਤੀ ਜਾਂ ਠੰਡ ਵਰਤੇ ਉਹ ਬਿਆਨ ਕਰਦੇ ਹੈ, ਨਾਮ ਦੇ ਫਾਇਦੇ ਦੱਸਦੇ ਹੈ। ਆਪ ਕਹਿੰਦੇ ਹੈ ਅਗਰ ਸ਼ਾਂਤੀ ਸੁਖ ਤ੍ਰਿਪਤੀ ਹੈ ਤਾਂ ਨਾਮ ਦੇ ਵਿੱਚ ਹੈ, ਉਹ ਆਪਣੇ ਘਰ ਪਹੁੰਚ ਗਈ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਉੱਚੇ ਭਾਗ ਹੋਣ ਤਾਂ ਉਹ ਪ੍ਰਮਾਤਮਾ ਸਾਨੂੰ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਲਿਆਵੇ। ਉਦੋਂ ਉੱਚੇ ਭਾਗ ਹੋਣ ਤਾਂ ਉਹ ਸੰਤ ਮਹਾਤਮਾ ਸਾਨੂੰ ਸ਼ਬਦ ਨਾਮ ਦੇ ਨਾਲ ਜੋੜ ਦੇਣ। ਇਸ ਵਾਸਤੇ ਆਪ ਕਹਿੰਦੇ ਆ ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਤਿਰਗ ਜੀਵਾਸ। ਆਪ ਕਹਿਣ ਲੱਗੇ ਤਿਰਗ ਤਿਰਗ ਖਾਇਆ, ਤਿਰਗ ਤਿਰਗ ਸੋਇਆ, ਤਿਰਗ ਤਿਰਗ ਕਾਪੜ ਅੰਗ ਚੁੜਾਇਆ, ਪੌੜੀ ਛੁਟਕੀ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। ਆਪ ਕਹਿਣ ਲੱਗੇ ਨਾਮ ਤੋਂ ਬਗੈਰ ਤਿਰਗ ਖਾਣਾ ਹੈ, ਤਿਰਗ ਸੌਣਾ ਹੈ, ਤਿਰਗ ਅੱਛਾ ਸਰੀਰ ਤੇ ਹਾਰ ਸ਼ਿੰਗਾਰ ਕਰਨਾ ਹੈ। ਇਨਸਾਨ ਦਾ ਜਾਮਾ ਆਖਰੀ ਪੌੜੀ ਦਾ ਡੰਡਾ ਹੈ। ਅਗਰ ਅਸੀਂ ਕੋਸ਼ਿਸ਼ ਕਰਾਂਗੇ ਤਾਂ ਛੱਤ ਦੇ ਉੱਤੇ ਚੜ੍ਹ ਜਾਵਾਂਗੇ। ਅਗਰ ਪੈਰ ਸਾਡਾ ਫਿਸਲ ਜਾਂਦਾ ਹੈ, ਖਿੜਕ ਜਾਂਦਾ ਹੈ, ਤੇ ਸਾਨੂੰ ਜ਼ਮੀਨ ਦੇ ਉੱਤੇ ਆ ਕੇ ਡਿੱਗ ਪਵਾਂਗੇ। ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਸਾਰੇ ਕਾਇਨਾਤ ਦਾ ਸਰਦਾਰ ਬਣਾ ਕੇ ਭੇਜਿਆ ਹੈ, ਲੇਕਿਨ ਸਰਦਾਰ ਦੀਆਂ ਜ਼ਿੰਮੇਵਾਰੀਆਂ ਵੀ ਬੜੀਆਂ ਹੁੰਦੀਆਂ ਹੈ। ਕੀ ਜ਼ਿੰਮੇਵਾਰੀ ਹੈ ਇਸ ਦੀ ਕਿ ਜਿਹੜਾ ਅਸੀਂ ਹੋਰਾਂ ਦੁਨੀਆਂ ਦੇ ਵਿੱਚ ਕੰਮ ਨਹੀਂ ਕਰ ਸਕਦੇਗੇ, ਇੱਥੋਂ ਤੱਕ ਕਿ ਸਵਰਗਾਂ ਵਿੱਚ ਜਾ ਕੇ ਵੀ ਅਸੀਂ ਪ੍ਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ, ਪ੍ਰਮਾਤਮਾ ਨੂੰ ਪਾ ਨਹੀਂ ਸਕਦੇਗੇ, ਉਹ ਇਨਸਾਨ ਦੇ ਜਾਮੇ ਵਿੱਚ ਕਰ ਸਕਦੇ ਹਾਂ। ਕਬੀਰ ਸਾਹਿਬ ਕਹਿੰਦੇ ਹੈ ਇਸ ਦੇਹੀ ਕੋ ਸਿਮਰੇ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਆਪ ਕਹਿਣ ਲੱਗੇ ਕਿ ਦੇਵੀ ਦੇਵਤੇ ਵੀ ਇਨਸਾਨ ਦੇ ਜਾਮੇ ਨੂੰ ਲੋਚਦੇ ਹੈ ਕਿ ਸਾਨੂੰ ਇਨਸਾਨ ਦਾ ਜਾਮਾ ਮਿਲੇ ਤਾਂ ਕਿ ਅਸੀਂ ਵੀ ਪ੍ਰਮਾਤਮਾ ਦੀ ਭਗਤੀ ਕਰੀਏ, ਕਿਉਂਕਿ ਸਵਰਗਾਂ ਦੇ ਵਿੱਚ ਵੀ ਭੋਗ ਜੂਨੀਆਂ ਹੈ। ਜਦ ਭੋਗਾਂ ਦੇ ਵਿੱਚ ਇੱਥੇ ਤ੍ਰਿਪਤੀ ਨਹੀਂ, ਅੱਗੇ ਜਾ ਕੇ ਸਵਰਗਾਂ 'ਚ ਕਿੱਥੇ ਤ੍ਰਿਪਤੀ ਮਿਲ ਜਾਏਗੀ। ਅੱਗ ਦੇ ਉੱਤੇ ਆਪਾਂ ਜਿਤਨੀਆਂ ਵੀ ਲੱਕੜਾਂ ਪਾਵਾਂਗੇ ਉਤਨਾ ਭਾਂਬੜ ਜ਼ਿਆਦੇ ਮੱਚੇਗਾ। ਇਸੇ ਤਰ੍ਹਾਂ ਜਿਤਨੇ ਵੀ ਆਪਾਂ ਦੁਨੀਆ ਦੇ ਭੋਗ ਜ਼ਿਆਦੇ ਭੋਗਾਂਗੇ ਉਤਨੀ ਜ਼ਿਆਦੇ ਦਿਲ ਦੇ ਅੰਦਰ ਖੁਆਇਸ਼ ਪੈਦਾ ਹੋ ਜਾਏਗੀ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਇਨਸਾਨ ਦੀਆਂ ਖੁਆਇਸ਼ਾਂ ਹੀ ਇਨਸਾਨ ਨੂੰ ਕੰਗਾਲ ਬਣਾਈ ਰੱਖਦੀਆਂ ਹੈ। ਜਿਸ ਨੂੰ ਕਛੂ ਨਾ ਚਾਹੀਏ ਸੋਈ ਸ਼ਹਿਨशाह। तो कबीर साहब कहते हैं कौन पाए। आप कहते इंसान के जामे का अगर कोई लाहा है तो असी ये वो काम कर सकते हैं जिहड़ा असी बाकी दियां जूनां दे विच नहीं कर सकते गे। वो है परमात्मा दे नाल मिलाप करना, परमात्मा की भगती करनी। इंसान के जामे नूं परमात्मा ने वडियाई दिती है। गुरु साहब कहते हैं 184 जोन सवाई, मानस को प्रभ दी वडियाई, इस पौड़ी ते जो नर चूके सो आए जाए दुख पाएंदा। आप कहने लगे परमात्मा ने इंसान के जामे नूं यही वडियाई दिती है कि असी परमात्मा नाल मिल सकते हैं। गुरु रामदास जी महाराज एक जगह अपनी बाणी च लिखते हैं जिन्नी ऐसा हर नाम न चेत्या से काहे जग आए। ये मानस जन्म दुर्लभ है, नाम बिना बिरथा सब जाए। हुण वत हर नाम न बीजिया, अगे भुखा क्या खाए। मन मुखा नूं फिर जन्म है, नानक हर पाए। आप कहने लगे जिस नाम दे विच इतनी शांति तृप्ति है, जिसनों पा के साडा जो मन है वो बिन्निया जाता है, हिरन की तरह जो भटकदा फिरदा है। आप कहने लगे वो टिक जाता है। आप कहने लगे जिन्नी ऐसा हर नाम ना चेत्या, जिन्हों ने ऐसे नाम की कमाई नहीं की, प्राप्ति नहीं कीतागा, वो काहे जग आए। वो जग ते की लैण वास्ते आए है। जिस तरह कुत्ते बिल्ले अपनी वारी कट जाते हैं, इस तरह वो इंसान कट जाते हैं, क्योंकि कुत्ते बिल्ले भी सौंदे है, उन्होंने भी गर्मी सर्दी पशुओं को लगती है, इंसान को भी लगती है। दुख सुख वो भी महसूस करते, इंसान भी करता है। सो इस वास्ते आप कहते मानस जन्म दुर्लभ है, नाम बिन बिरथा सब जाए। ये बड़ा दुर्लभ कीमती हीरा है, लेकिन नाम तो बगैर ये बेअर्थी चलिया जाता है। हुण बत हर नाम ना बीजिया, अगे भुखा क्या खाए। इंसान का जामा ही वक्त है नाम की कमाई करन दा। आप कहने लगे यही वस्तु साडे नाल जानी है, इस वास्ते अगे भुखा क्या खाए। जद आत्मा इत्थे कल्प रही है, भुख की मारी हुई, आत्मा नूं भी खुराक की लोड़ है, अगे की खाएगी। नानक आप कहने लगे मन मुखा नूं फिर जन्म है, नानक हर पाए। मनमुख लोग इस जन्म च भी मुसीबतां चल रहे हैं, फिर परमात्मा उन्हां दीयां ख्वाहिशां दे मुताबिक फिर जन्म दे दिंदा है। इस वास्ते उन्हां दा चक्कर ना दुनिया चो खत्म हुंदा है, ना उन्हां नूं शांति, ना तृप्ति, ना जागदियां सुख, ना सुत्तियां सुख, ना उन्हां नूं इंसान बनिया सुख। हैवान बनिया तां सुख होना ही की सी।
ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਅਗਰ ਸ਼ਾਂਤੀ ਹੈ ਤਾਂ ਨਾਮ ਦੇ ਵਿੱਚ ਹੈ, ਸ਼ਬਦ ਦੇ ਵਿੱਚ ਹੈ, ਆਤਮਾ ਨੂੰ ਵਾਪਸ ਪਰਮਾਤਮਾ ਦੇ ਨਾਲ ਮਿਲਾਉਣ ਵਿੱਚ ਹੈ ਜੀ। ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮ ਤ੍ਰਿਗ ਜੀਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣ ਤਾਸ। ਆ ਪਿਆਰ ਦੇ ਨਾਲ ਸਮਝਾਉਂਦੇ ਆ ਅਗਰ ਕੋਈ ਗੁਰਮੁਖ ਸਾਧੂ ਸੰਤ ਮਹਾਤਮਾ ਮਿਲ ਜਾਵੇ, ਉਹੀ ਨਾਮ ਦੇ ਸਾਨੂੰ ਫਾਇਦੇ ਸਮਝਾ ਸਕਦਾ ਹੈ, ਕਿਉਂਕਿ ਉਸ ਨੇ ਫਾਇਦਾ ਪ੍ਰਾਪਤ ਕੀਤਾ ਹੁੰਦਾ ਹੈ। ਸੰਤ ਮਹਾਤਮਾ ਨੂੰ ਸਾਰੀ ਦੁਨੀਆ ਦਾ ਗਿਆਨ ਹੁੰਦਾ ਹੈ, ਦੁਨੀਆ ਦੇ ਅੰਦਰ ਉਹ ਫਿਰੇ ਹੁੰਦੇ ਹੈ, ਵੈਸੇ ਵੀ ਉਹਨਾਂ ਨੂੰ ਕੁਦਰਤੋਂ ਹੀ ਨੌਲੇਜ ਹੁੰਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ। ਕਬੀਰ ਸਾਹਿਬ ਕਹਿੰਦੇ ਆ, ਦੇ ਧਰ ਸੁਖੀਆ ਕੋਈ ਨਾ ਦੇਖਿਆ, ਜੋ ਦੇਖਿਆ ਸੋ ਦੁਖੀਆ ਹੈ। ਆਪ ਕਹਿਣ ਲੱਗੇ ਮੈਂ ਦੇਹ ਧਰ ਕੇ ਕਿਸੇ ਨੂੰ ਸੌਖਾ ਨਹੀਂ ਦੇਖਿਆਗਾ, ਜਿਹਦੇ ਕੋਲੇ ਵੀ ਮੈਂ ਗਿਆ ਉਹ ਦੁੱਖਾਂ ਔਰ ਮੁਸੀਬਤਾਂ ਦਾ ਵੀ ਭਰਿਆ ਪੀਤਾ ਨਜ਼ਰ ਦੇ ਵਿੱਚ ਆਇਆ। ਉਹਦੇ ਅਸਤ ਕੀ ਬਾਤ ਕਹੇ ਤੂੰ ਸਭ ਕਾ ਲਿਆ ਬਵੇਕਾ ਹੈ। ਆਪ ਕਹਿਣ ਲੱਗੇ ਮੈਂ ਕੋਈ ਇੱਕ ਘਰ ਦੀ ਬਾਤ ਨਹੀਂ ਕਰਦਾ, ਮੈਂ ਸਾਰੀ ਦੁਨੀਆ ਨੂੰ ਅੱਖਾਂ ਅੱਗੇ ਰੱਖ ਕੇ ਕਹਿਣਾ ਹੈ। ਆਪ ਕਹਿੰਦੇ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਸੁਣਿਆ ਹੈ। ਮੈਨੂੰ ਸੰਸਾਰ ਯਾਤਰਾ ਕਰਨ ਦਾ 2 ਦਫਾ ਮੌਕਾ ਮਿਲਿਆ। ਮੈਂ ਜਦ ਅਮਰੀਕਾ ਦੇ ਅੰਦਰ ਗਿਆ, ਉੱਥੇ ਸਾਨ ਫਰਾਂਸਿਸਕੋ ਦੇ ਅੰਦਰ ਮੈਨੂੰ ਪੁੱਛਣ ਲੱਗੇ ਕਿ ਤੁਹਾਡੀ ਸਿਹਤ ਜਦ ਹਿੰਦੁਸਤਾਨ ਚੋਂ ਆਏ ਸੀਗੇ ਕਾਫੀ ਅੱਗੇ ਨੂੰ ਡਾਊਨ ਹੈ, ਕੀ ਗੱਲ ਹੈ, ਤੁਹਾਨੂੰ ਕੋਈ ਰੋਗ ਹੈ? ਮੈਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਦੱਸਿਆ ਕਿ ਹਜ਼ਾਰਾਂ ਆਦਮੀ ਸ਼ਾਮ ਤੱਕ ਸੈਂਕੜੇ ਆਦਮੀ ਮਿਲਦੇ ਹੈ, ਮੈਨੂੰ ਕੋਈ ਵੀ ਇਹ ਨਹੀਂ ਕਹਿੰਦਾ ਕਿ ਮੈਂ ਸ਼ਾਂਤ ਹਾਂ ਜਾਂ ਮੈਂ ਤ੍ਰਿਪਤ ਹਾਂ। ਹਰ ਆਦਮੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਅੱਗੇ ਸਾਰੇ ਦੁੱਖਾਂ ਦਾ ਕਿੱਸਾ ਲਿਆ ਕੇ ਰੱਖ ਦਿੰਦਾ ਹੈ। ਤੁਸੀਂ ਖੁਦ ਹੀ ਸੋਚ ਕੇ ਦੇਖ ਲਓ, ਮੈਂ ਜਦਾਂ ਵੀ ਹਿੰਦੁਸਤਾਨ ਦੇ ਵਿੱਚੋਂ ਆਇਆ ਹੈ, ਜਿਸ ਵੀ ਮੁਲਕ ਦੇ ਵਿੱਚ ਗਿਆ ਹੈ, ਮੈਨੂੰ ਉੱਥੇ ਕਿਸੇ ਨੇ ਨਹੀਂ ਕਿਹਾ ਮੈਂ ਸ਼ਾਂਤ ਹਾਂ, ਮੈਂ ਤ੍ਰਿਪਤ ਹਾਂ, ਮੈਨੂੰ ਸਭ ਕੁਝ ਹੈ। ਇੱਥੋਂ ਤੱਕ ਕਈ ਮਿਨਿਸਟਰੀਆਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ, ਉਹ ਮਿਨਿਸਟਰ ਵੀ ਕਹਿਣ ਜੀ ਕੁਝ ਥੋੜੀ ਬਹੁਤੀ ਸਾਡੇ ਕੰਨੀ ਵੀ ਦਿਆ ਕਰੋ, ਸਾਡੇ ਕੰਨੀ ਵੀ ਤੁਸੀਂ ਝਾਕੋ, ਸਾਡੀਆਂ ਬੜੀਆਂ ਸਮੱਸਿਆ ਹੈ। ਤੁਸੀਂ ਸੋਚ ਕੇ ਦੇਖ ਲਓ, ਜਦ ਰਾਜੇ ਮਹਾਰਾਜਿਆਂ ਦੀ ਇਹ ਹਾਲਤ ਹੈ ਤੇ ਸਾਡਾ ਉੱਥੇ ਗਰੀਬਾਂ ਦਾ ਕੀ ਬਣਦਾ ਹੈ। ਇਸ ਵਾਸਤੇ ਮਹਾਤਮਾ ਪਿਆਰ ਦੇ ਨਾਲ ਸਮਝਾਉਂਦੇ ਹੈ, ਦੁਨੀਆ ਦੇ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਕਿਤਨੀ ਦੁਨੀਆ ਦੁਖੀ ਹੈ ਔਰ ਕਿਸ ਤਰ੍ਹਾਂ ਦਿਨ ਰਾਤ ਤੜਫ ਰਹੀ ਹੈ। ਫਿਰ ਵੀ ਅਸੀਂ ਇਸ ਦੁਨੀਆ ਨੂੰ ਛੱਡਣ ਵਾਸਤੇ ਤਿਆਰ ਨਹੀਂ ਗੇ। ਮਹਾਰਾਜ ਸਾਵਣ ਸਿੰਘ ਆਮ ਤੌਰ ਦੇ ਉੱਤੇ ਉਦੋਂ ਔਰ ਕ੍ਰਿਸ਼ਨ ਦੀ ਮਿਸਾਲ ਦਿੰਦੇ ਹੁੰਦੇ ਸੀਗੇ, ਕਿਉਂਕਿ ਉਹ ਉਹਨਾਂ ਦਾ ਭਗਤ ਸੀਗਾ। ਉਹ ਕਹਿਣ ਲੱਗਾ ਮਹਾਰਾਜ ਤੁਸੀਂ ਇਹਨਾਂ ਲੋਕਾਂ ਨੂੰ ਬੜੇ ਦੁਖੀ ਹੈ, ਆਪਣੇ ਸਵਰਗਾਂ ਦੇ ਵਿੱਚ ਜਗ੍ਹਾ ਦਿਓ। ਉਹ ਕਹਿਣ ਲੱਗੇ ਦੇਖ ਬਈ ਪਰਮਾਤਮਾ ਜੋ ਹੁੰਦਾ ਹੈ ਉਹ ਆਪਣੇ ਭਗਤਾਂ ਦੀ ਬਾਤ ਨੂੰ ਮੋੜਦਾ ਨਹੀਂਗਾ, ਕਿਉਂਕਿ ਉਹਨਾਂ ਉੱਪਰੋਂ ਖੁਸ਼ ਹੁੰਦਾ ਹੈ। ਤੂੰ ਜਿੰਨਿਆਂ ਨੂੰ ਲਿਆਵੇਂਗਾ ਮੈਂ ਸਭ ਨੂੰ ਜਗ੍ਹਾ ਦੇ ਦੂੰਗਾ। ਹੁਣ ਦਿਲ ਦੇ ਵਿੱਚ ਬੜੀ ਖੁਸ਼ੀ ਹੋਈ ਕਿ ਮੈਂ ਸਾਰੀ ਦੁਨੀਆ ਨੂੰ ਹੁਣ ਸਵਰਗਾਂ ਬਕੁੰਠਾਂ ਦੇ ਵਿੱਚ ਲੈ ਜਾਣਾ ਹੈ। ਕੀ ਕਰਦਾ ਹੈ, ਚਾਈ ਚਾਈ ਆਉਂਦਾ ਹੈ। ਇੱਕ ਮਹਾਜਨ ਬੁੱਢਾ ਰਾਤ ਨੂੰ ਖੂਹ ਵਿਚਾਰਾ ਦੁਕਾਨ ਵਿੱਚ ਕਰ ਰਿਹਾ ਸੀਗਾ। ਉਹਨੂੰ ਕਹਿਣ ਲੱਗੇ ਬਾਬਾ ਚੱਲ ਤੈਨੂੰ ਸਵਰਗਾਂ ਵਿੱਚ ਲੈ ਚੱਲਾਂ। ਉਹ ਕਹਿਣ ਲੱਗਿਆ ਕਿ ਬੱਚੇ ਅਜੇ ਮੇਰੇ ਆਣੇ ਹੈ, ਛੋਟੇ ਹੈ, ਉਹ ਦੁਕਾਨ ਦੀ ਰਾਖੀ ਨਹੀਂ ਕਰ ਸਕਦੇਗੇ, ਇਸ ਵਾਸਤੇ ਮੈਂ ਹਾਲ ਨਹੀਂ ਸੋਚ ਸਕਦਾਗਾ। ਦਿਲ ਦੇ ਵਿੱਚ ਖਿਆਲ ਆਇਆ ਕਿ ਇਹ ਤਾਂ ਮੁਹੂਰਤ ਹੀ ਠੀਕ ਨਾ ਹੋਇਆ, ਸ਼ਾਇਦ ਕੋਈ ਹੋਰ ਹੀ ਠੀਕ ਆ ਜਾਏਗਾ। ਆਖਰ ਇੱਕ ਜੱਟ ਕੋਲੇ ਗਿਆ, ਉਹ ਕੁੱਬਾ ਸੀ, ਮੂੰਹ ਚੋਂ ਲਾਲਾਂ ਡਿੱਗ ਰਹੀਆਂ ਸੀਗੀਆਂ, ਦੁਪਹਿਰ ਦਾ ਵਕਤ ਸੀ, ਖੇਤ ਦੇ ਵਿੱਚ ਹਲ ਜੋੜੀ ਜਾਂਦਾ ਸੀਗਾ। ਉਹ ਕਹਿਣ ਲੱਗਾ ਚੱਲ ਬਾਬਾ ਤੈਨੂੰ ਮੈਂ ਸਵਰਗਾਂ ਦੇ ਵਿੱਚ ਲੈ ਚੱਲਾਂ। ਉਹ ਕਹਿਣ ਲੱਗਿਆ ਮੇਰੇ ਬੱਚੇ ਛੋਟੇ ਆ ਜੇ, ਉਹ ਹਲ ਵਾਹੁਣ ਦੇ ਵਿੱਚ ਅਣਜਾਣ ਹੈ, ਖੇਤੀ ਨਹੀਂ ਕਰ ਸਕਦੇਗੇ, ਮੈਂ ਖੇਤੀ ਕਰਦਾ ਤਾਂ ਉਹਨਾਂ ਦਾ ਪੇਟ ਭਰਦਾ ਹੈ, ਫਿਰ ਕਿਤੇ ਸੋਚਾਂਗੇ। ਦਿਲ ਦੇ ਵਿੱਚ ਖਿਆਲ ਆਇਆ ਕਿ ਹੁਣ ਮੈਂ ਕਿਹਨੂੰ ਪੁੱਛਾਂ। ਆਖਰ ਫਿਰਦੇ ਫਿਰਦੇ ਨੂੰ ਇੱਕ ਸੂਰ ਨਜ਼ਰ ਦੇ ਵਿੱਚ ਆਇਆ। ਸੋਚਦਾ ਇਹਦਾ ਸਾਰਾ ਦਿਨ ਗੰਦ ਦੇ ਵਿੱਚ ਮੂੰਹ ਹੈ, ਰਹਿਣ ਨੂੰ ਕੋਈ ਮਕਾਨ ਨਹੀਂ, ਮਾਰਿਆ ਮਾਰਿਆ ਫਿਰਦਾ ਹੈ, ਇਹ ਜ਼ਰੂਰ ਸਵਰਗਾਂ ਦੇ ਵਿੱਚ ਜਾਏਗਾ, ਇਦੋਂ ਦੁਖੀ ਕੌਣ ਹੋ ਸਕਦਾ ਹੈ। ਸੂਰ ਨੂੰ ਕਹਿਣ ਲੱਗਿਆ ਕਿਉਂ ਬਈ ਤੈਨੂੰ ਮੈਂ ਸਵਰਗਾਂ ਦੇ ਵਿੱਚ ਲੈ ਚੱਲਾਂ, ਬਕੁੰਠਾਂ 'ਚ ਲੈ ਚੱਲਾਂ, ਉੱਥੇ ਬੜੇ ਅੱਛੇ ਅੱਛੇ ਮਕਾਨ ਹੈ, ਮੌਜ ਕਰੇਗਾ। ਉਹ ਕਹਿਣ ਲੱਗਿਆ ਕਿ ਉੱਥੇ ਮੈਲਾ ਪਖਾਨਾ ਹੈ। ਉਹ ਕਹਿਣ ਲੱਗਿਆ ਵੀ ਸਵਰਗ ਕੀ ਮੈਲੇ ਪਖਾਨਾ ਕੀ, ਉੱਥੇ ਇਹਨਾਂ ਚੀਜ਼ਾਂ ਦਾ ਕੀ ਮਤਲਬ। ਕਹਿੰਦਾ ਉੱਥੇ ਬੱਚੇ ਬੱਚੀਆਂ ਹਨ। ਉਹ ਕਹਿਣ ਲੱਗਿਆ ਵੀ ਸਵਰਗ ਕਾਹਦੇ, ਜੇ ਬੱਚੇ ਬੱਚੀਆਂ ਦੇ ਅਸੀਂ ਝੰਜਟ ਦੇ ਵਿੱਚ ਰਹਿਣਾ ਹੈ।
ਉਹ ਉਸ ਨੂੰ ਮਾਰਨ ਵਾਸਤੇ ਪਿਆ। ਕਹਿਣ ਲੱਗਿਆ ਉਹ ਫਿਰ ਜਿੱਥੇ ਇਹ ਜੇ ਪਦਾਰਥ ਨੇ ਗੰਦੇ, ਉੱਥੇ ਕਹਿਣ ਲੱਗਾ ਸਵਰਗ ਕਾਹਦੇ ਆ ਉਹ। ਇਸ ਵਾਸਤੇ ਉਦੋਂ ਬੜਾ ਪਰੇਸ਼ਾਨ ਹੋ ਕੇ ਨੀਵੀਂ ਪਾ ਕੇ ਕ੍ਰਿਸ਼ਨ ਦੇ ਅੱਗੇ ਆ ਕੇ ਬੈਠ ਗਿਆ। ਕ੍ਰਿਸ਼ਨ ਮਹਾਰਾਜ ਜੀ ਪੁੱਛਣ ਲੱਗੇ ਕਿਉਂ ਵੀ ਉਦੋਂ ਕੱਲਾ ਹੀ ਆਇਆ, ਕਿਸੇ ਨੂੰ ਲਿਆਇਆ ਨਹੀਂ। ਉਹ ਕਹਿਣ ਲੱਗਿਆ ਜੀ ਮੈਂ ਕੁਝ ਬਿਆਨ ਨਹੀਂ ਕਰ ਸਕਦਾਗਾ, ਤੁਹਾਡੀ ਮਾਇਆ ਨੂੰ ਤੁਸੀਂ ਜਾਣਦੇ ਹੋ, ਦੁਨੀਆ ਦੁਖੀ ਬਹੁਤ ਹੈ, ਚੀਕੀ ਪੁਕਾਰੀ ਜਾਂਦੀ ਹੈ, ਫੋੜੇ ਦੀ ਤਰ੍ਹਾਂ ਭਰੀ ਬੈਠੀ ਹੈ। ਆਪ ਕਹਿਣ ਲੱਗੇ ਪਰ ਆਉਣ ਵਾਸਤੇ ਕੋਈ ਵੀ ਤਿਆਰ ਨਹੀਂਗਾ, ਇਹੀ ਹਾਲਤ ਸਾਡੀ ਹੈ। ਸਰੀਰ ਜਵਾਬ ਦੇ ਜਾਂਦਾ ਹੈ, ਲੱਤਾਂ ਜਵਾਬ ਦੇ ਜਾਂਦੀਆਂ, ਗੋਡੇ ਜਵਾਬ ਦੇ ਜਾਂਦੇ ਹੈ, ਦੰਦ ਜਾੜਾਂ ਜਵਾਬ ਦੇ ਜਾਂਦੀਆਂ, ਅੱਖਾਂ ਜਵਾਬ ਦੇ ਜਾਂਦੀਆਂ ਹੈ, ਮੰਜੇ ਤੋਂ ਹਿੱਲਿਆ ਨਹੀਂ ਜਾਂਦਾਗਾ। ਅਜੇ ਵੀ ਸਾਡਾ ਜਿਉਣ ਨੂੰ ਦਿਲ ਲੋਚਦਾ ਹੈ। ਕਹਿੰਦੇ ਅੱਛੇ ਤੋਂ ਅੱਛਾ ਕੋਈ ਡਾਕਟਰ ਸੱਦੋ, ਕੋਈ ਹੋਰ ਵੀ ਸੰਤ ਮਹਾਤਮਾ ਹੋਵੇ ਤਾਂ ਅਸੀਂ ਉਹਦੇ ਅੱਗੇ ਵੀ ਫਰਿਆਦਾਂ ਕਰਦੇ ਹਾਂ ਕਿ ਮਹਾਰਾਜ ਜੀ ਤੁਸੀਂ ਦਇਆ ਕਰੋ। ਹੁਣ ਤੁਸੀਂ ਸੋਚ ਕੇ ਦੇਖ ਲਓ, ਇੰਨਾ ਕੁ ਤਾਂ ਉਸ ਨੂੰ ਗਿਆਨ ਹੁੰਦਾ ਕਿ ਮੈਂ ਹੁਣ ਉੱਠ ਨਹੀਂ ਸਕਦਾਗਾ, ਮੈਂ ਕੁਝ ਵੀ ਨਹੀਂ ਕਰ ਸਕਦਾਗਾ, ਲੇਕਿਨ ਫਿਰ ਵੀ ਇਹ ਸੰਸਾਰ ਛੱਡਣ ਨੂੰ ਉਸਦਾ ਦਿਲ ਨਹੀਂ ਕਰਦਾਗਾ। ਸੋ ਮਹਾਤਮਾ ਦੇ ਕਹਿਣ ਦਾ ਭਾਵ ਇਤਨਾ ਹੀ ਹੈ, ਕੋਈ ਗੁਰਮੁਖ ਸਾਧੂ ਸੱਜਣ ਮਿਲ ਜਾਵੇ, ਉਹ ਸਾਨੂੰ ਸਮਝਾਵੇ ਕਿ ਕਿਸ ਤਰ੍ਹਾਂ ਸੰਸਾਰ ਜਿਹੜਾ ਹੈ ਦੁੱਖਾਂ ਦੇ ਨਾਲ ਪੀੜੀਦਾ ਹੈ। ਅਗਰ ਇੱਥੇ ਆਓਗੇ ਤੇ ਸਾਰਾ ਸੰਸਾਰ ਹੀ ਪਰੇਸ਼ਾਨੀਆਂ ਦਾ ਹੈ। ਤੁਸੀਂ ਅਮਰੀਕਾ 'ਚ ਜਾਓ, ਅਫਰੀਕਾ 'ਚ ਜਾਓ, ਦੁਨੀਆ ਦੇ ਜਿਸ ਵੀ ਕੋਨੇ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ, ਮੈਨੂੰ ਸਾਰੀ ਦੁਨੀਆ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ, ਤੁਹਾਨੂੰ ਕੋਈ ਆਦਮੀ ਤ੍ਰਿਪਤ ਜਾਂ ਸ਼ਾਂਤ ਨਹੀਂ ਮਿਲੇਗਾ। ਐਵੇਂ ਇੱਥੇ ਅਸੀਂ ਲੋਕਾਂ ਨੂੰ ਕਹਿ ਦਿੰਦੇ ਆ ਫਲਾਨਾ ਮੁਲਕ ਖੁਸ਼ਹਾਲ ਹੈ, ਫਲਾਨਾ ਖੁਸ਼ਹਾਲ ਹੈ। ਠੀਕ ਹੈ, ਖੁਸ਼ਹਾਲ ਕਿਸੇ ਮੁਲਕ ਦੇ ਅੰਦਰ ਅੱਛੀਆਂ ਸੜਕਾਂ ਹੋਣਗੀਆਂ ਔਰ ਕਿਸੇ ਮੁਲਕ ਦੇ ਅੰਦਰ ਅੱਛੇ ਹਵਾਈ ਜਹਾਜ਼ਾਂ ਦੇ ਸਾਧਨ ਹੈ, ਅੱਛੇ ਉੱਥੇ ਸਾਰਾ ਕੁਝ ਹੀ ਹੈ। ਲੇਕਿਨ ਬਿਮਾਰੀਆਂ, ਦੁੱਖ ਸੁੱਖ ਜਿਹੜੇ ਸਰੀਰਕ ਹੈ, ਸਰੀਰਕ ਸਮੱਸਿਆ ਤਾਂ ਸਭ ਵਾਸਤੇ ਖੜੀਆਂ ਹੈ। ਉੱਥੇ ਵੀ ਮੌਤ ਪਦਾਇਸ਼ ਹੈ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਆ, ਇਹਨਾਂ ਚੀਜ਼ਾਂ ਨੂੰ ਅਸੀਂ ਅੱਖਾਂ ਦੇ ਅੱਗੇ ਨਹੀਂ ਰੱਖਦੇਗੇ। ਸੰਤ ਮਹਾਤਮਾ ਸਾਰੀ ਦੁਨੀਆ ਦੇ ਕੋਨੇ ਕੋਨੇ 'ਚ ਜਾ ਕੇ ਹੋਕਾ ਦਿੰਦੇ ਹੈ ਕਿ ਜਿੱਥੋਂ ਆਤਮਾ ਤੁਹਾਡੀ ਆਈ ਹੈ ਉਹ ਤੁਹਾਡਾ ਦੇਸ਼ ਹੈ, ਉਹ ਨਾ ਦੁੱਖ ਦਾ ਨਾ ਸੁੱਖ ਦਾ ਹੈ, ਉਹ ਮੌਤ ਪਦਾਇਸ਼ ਦਾ ਦੇਸ਼ ਨਹੀਂਗਾ, ਉੱਥੇ ਸ਼ਾਂਤੀ ਹੈ। ਇਸ ਵਾਸਤੇ ਇਹ ਸਾਰਾ ਸੰਸਾਰ ਜਿਤਨਾ ਵੀ ਕਾਲ ਦੀ ਰਚਨਾ ਹੈ, ਆਪ ਕਹਿਣ ਲੱਗੇ ਇਹ ਸਾਰਾ ਹੀ ਦੁੱਖ ਔਰ ਮੁਸੀਬਤਾਂ ਪਰੇਸ਼ਾਨੀਆਂ ਦਾ ਭਰਿਆ ਹੋਇਆ ਹੈ ਜੀ। ਕੋਈ ਗੁਰਮੁਖ ਸੱਜਣ ਜੇ ਮਿਲੇ, ਮੈਂ ਦੱਸੇ ਪ੍ਰਭ ਗੁਣ ਤਾਸ, ਹਉ ਤਿਸ ਵਿਟੋਂ ਚੌਖੰਨੀਐ, ਮੈਂ ਨਾਮ ਕਰੇ ਪ੍ਰਗਾਸ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਸਾਡਾ ਆਪਣੇ ਗੁਰਮੁਖਾਂ ਦੇ ਨਾਲ ਕਿਤਨਾ ਪਿਆਰ ਹੈ, ਕਿਉਂਕਿ ਕੋਈ ਵੀ ਜੀਵ ਆਪਣੇ ਗੁਰੂ ਦੇਵ ਦਾ ਬਦਲਾ ਨਹੀਂ ਚੁਕਾ ਸਕਦਾਗਾ। ਕਿਉਂ ਨਹੀਂ ਚੁਕਾ ਸਕਦਾਗਾ ਕਿ ਅਸੀਂ ਇੱਕ ਅਸਹਾय ਹੁੰਨੇ ਆ ਇਹ ਸੰਸਾਰ ਦੇ ਵਿੱਚ। ਜਿਵੇਂ ਬੱਚਾ ਪੈਦਾ ਹੁੰਦਾ ਹੈ, ਅਸੀਂ ਵੀ ਇੱਕ ਅਸਹਾय ਹੈ, ਕੁਝ ਨਹੀਂ ਕਰ ਸਕਦੇ। ਉਸ ਗੁਰੂ ਦੇਵ ਨੇ ਬਗੈਰ ਕਿਸੇ ਮੁਆਵਜ਼ੇ ਤੋਂ ਸਾਨੂੰ ਆਪਣੇ ਘਰ ਦਾ ਭੇਦ ਦਿੱਤਾ। ਸਾਡੀਆਂ ਮੈਲਾਂ ਕੰਨੀ ਉਹਨੇ ਤਵੱਜੋ ਨਾ ਦਿੱਤੀ। ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਨੂੰ ਚੁੱਕਦੇ ਹੈ, ਉਸ ਦੀ ਮੈਲ ਕੰਨੀ, ਲਿਬੜੇ ਕੱਪੜਿਆਂ ਕੰਨੀ ਨਹੀਂ ਦੇਖਦੇਗੇ, ਚੁੱਪ ਕਰਕੇ ਉਸ ਨੂੰ ਬੁੱਕਲ ਦੇ ਵਿੱਚ ਲੈ ਲੈਂਦੇ ਹੈ। ਇਸੇ ਤਰ੍ਹਾਂ ਗੁਰੂ ਦੇਵ ਸਾਡੇ ਜਦ ਸਾਨੂੰ ਬਖਸ਼ਦੇ ਹੈ, ਸਾਡੇ ਐਬਾਂ ਕੰਨੀ ਉਹ ਨਜ਼ਰ ਨਹੀਂ ਮਾਰਦੇਗੇ, ਕਿਉਂਕਿ ਉਹ ਬਖਸ਼ਿਸ਼ ਲੈ ਕੇ ਆਏ ਹੁੰਦੇ ਹੈ। ਇਸ ਵਾਸਤੇ ਆਪ ਕਹਿੰਦੇ ਮੈਂ ਆਪਣੇ ਗੁਰੂ ਦੇਵ ਤੋਂ ਕੁਰਬਾਨ ਜਾਣਾ ਹੈ, ਬਲਿਹਾਰ ਜਾਣਾ ਹੈ। ਉਹਨੇ ਮੇਰੇ ਅੰਦਰ ਨਾਮ ਦਾ ਬੀਜ ਬੋਇਆ ਔਰ ਉਸ ਨੂੰ ਬੜਾ ਪ੍ਰਕਾਸ਼ਮਾਨ ਕਰ ਦਿੱਤਾ। ਇਸ ਵਾਸਤੇ ਆਪ ਕਹਿੰਦੇ, ਸਹਿਜੋ ਬਾਈ ਕਹਿੰਦੀ ਹੈ, ਗੁਰ ਕਾ ਬਦਲਾ ਦਿਆ ਨਾ ਜਾਏ, ਸਰਬ ਸਵਾਰੇ ਸਹਿਜੋ ਬਾਈ। ਆਪ ਕਹਿਣ ਲੱਗੀ ਗੁਰੂ ਦਾ ਮੈਂ ਬਦਲਾ ਚੁਕਾ ਨਹੀਂ ਸਕਦੀਗੀ, ਭਾਵੇਂ ਮੈਂ ਸਾਰਾ ਸਰਬੰਸ ਵੀ ਕਿਉਂ ਨਾ ਵਾਰ ਦੇਵਾਂ ਜੀ। ਹਉ ਤਿਸ ਵਿਟੋਂ ਚੌਖੰਨੀਐ, ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ। ਹੁਣ ਅਸੀਂ ਹਜ਼ਾਰਾਂ ਸ਼ਿਕਾਇਤਾਂ ਕਰਦੇ ਆਂ ਜੀ, ਮਨ ਨਹੀਂ ਲੱਗਦਾ, ਗਿੱਟੇ ਦੁਖਦੇ ਹੈ, ਢੋਈ ਦੁਖਦੀ ਹੈ, ਗੋਡੇ ਦੁਖਦੇ ਹੈ। 40-40 50-50 ਸਾਲ ਦੇ ਸਾਨੂੰ ਪੁਰਾਣੇ ਸਤਸੰਗੀ ਮਿਲਦੇ ਹੈ, ਉਹਨਾਂ ਦੀ ਆਹ ਆਮ ਤੌਰ ਦੇ ਉੱਤੇ ਸ਼ਿਕਾਇਤ ਹੁੰਦੀ ਹੈ। ਜਰਾ ਸੋਚ ਕੇ ਦੇਖ ਲਓ,
ਅਸੀਂ ਜਿਨ੍ਹਾਂ ਮਹਾਤਮਾ ਦੀ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਨੂੰ ਨਾਮ ਦੇ ਫਾਇਦਿਆਂ ਦਾ ਗਿਆਨ ਹੈ, ਉਹ ਕਹਿੰਦੇ ਹੇ ਮੇਰੇ ਪ੍ਰੀਤਮਾ, ਹੇ ਮੇਰੇ ਗੁਰੂ, ਮੈਂ ਤੇਰਾ ਨਾਮ ਧਿਆ ਕੇ ਜਿਉਣਾ ਹੈ। ਅਗਰ ਨਾਮ ਭੁੱਲ ਜਾਣਾ ਹੈ, ਕਿਸੇ ਵੇਲੇ ਸਿਮਰਨ ਦੀ ਤਾਰ ਟੁੱਟ ਜਾਂਦੀ ਹੈ, ਤਾਂ ਮੁਰਦੇ ਜੈਸਾ ਹੋਣਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਇੱਕ ਖਿੰਨ ਵਿਸਰੇ ਸੁਆਮੀ ਜਾਣੇ ਬਰਸ 50। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਸਕਿੰਟ ਜਿੰਨਾ ਵੀ ਭੁੱਲ ਜਾਣਾ 50 ਵਰਿਆਂ ਜਿੰਨੀ ਫਰਕ ਪੈ ਜਾਂਦਾ ਹੈ, ਬਿਥ ਪੈ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਵਿਸਰੇ ਰਾਮ ਸਨੇਹੀ। ਉਹ ਕਹਿਣ ਲੱਗੇ ਸੂਈ ਦੇ ਸੁਰਾਖ ਦੇ ਵਿੱਚ ਤਾਗਾ ਪਾਉਣ ਜਿੰਨਾ ਚਿਰ ਵੀ ਅਗਰ ਮੈਨੂੰ ਸਿਮਰਨ ਛੁੱਟ ਜਾਂਦਾ ਹੈ ਤੇ ਬੜਾ ਭਾਰਾ ਫਰਕ ਪੈ ਜਾਂਦਾ ਹੈ, ਬੜਾ ਭਾਰਾ ਘਾਟਾ ਪੈ ਜਾਂਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਆ ਹਰ ਜਨ ਕੇ ਭਰ ਲਿਓ ਭੰਡਾਰ। ਆਪ ਕਹਿਣ ਲੱਗੇ ਕਿ ਹਰ ਤਨ ਕੇ ਭਰ ਲਿਓ ਭੰਡਾਰ। ਕੀ ਕਰੋ ਤੁਸੀਂ? ਰੋਜ਼ ਸਿਮਰਨ ਸ਼ਬਦ ਨਾਮ ਦੀ ਕਮਾਈ ਜੋ ਕੁਛ ਵੀ ਅਸੀਂ ਕਰ ਰਹੇ ਹਾਂ, ਇੱਕ ਕਿਸਮ ਦਾ ਅਸੀਂ ਆਪਣਾ ਭੰਡਾਰਾ ਭਰ ਰਹੇ ਹਾਂ। ਮਤ ਦਿਲ ਦੇ ਵਿੱਚ ਇਹ ਖਿਆਲ ਕਰੋ ਕਿ ਜੋ ਕੁਛ ਵੀ ਅਸੀਂ ਬੈਠ ਰਹੇ ਹਾਂ ਇਹ ਲੇਖੇ ਦੇ ਵਿੱਚ ਨਹੀਂਗਾ, ਤੁਹਾਡਾ ਸਾਸ ਗਰਾਸ ਲੇਖੇ ਦੇ ਵਿੱਚ ਹੈ। ਇਸੇ ਤਰ੍ਹਾਂ ਜਿਹੜਾ ਵੀ ਮਿੰਟ 2 ਮਿੰਟ ਵੀ ਬਹਿੰਦੇ ਹੋ, ਘੰਟਾ ਬਹਿੰਦੇ ਹੋ, ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਸਤਿਗੁਰੂ ਲਾਉਂਦਾ ਹੈ। ਤੁਹਾਡਾ ਜੋ ਪਰਮਾਰਥ ਦਾ ਧਨ ਹੈ ਉਹਨੇ ਤੁਹਾਡੇ ਅੱਗੇ ਰੱਖ ਦੇਣਾ ਹੈ। ਸੋ ਇਸ ਵਾਸਤੇ ਸਾਨੂੰ ਪਤਾ ਹੀ ਹੈ ਕਿ ਜਿੰਨਾ ਜ਼ਿਕਰ ਬੱਚਾ ਕੌਡੀਆਂ ਦਾ ਆਸ਼ਿਕ ਹੈ, ਉਹਦਾ ਪਿਤਾ ਉਹਦੇ ਅੱਗੇ ਪਾਉਂਡ ਜਾਂ ਡਾਲਰ ਧਨ ਦੌਲਤ ਨਹੀਂ ਕਰਦਾਗਾ। ਉਸ ਨੂੰ ਪਤਾ ਹੈ ਕਿ ਇਹ ਖਰਾਬ ਕਰ ਦੇਵੇਗਾ। ਜਦੋਂ ਬੱਚਾ ਪਿਆਰਾ ਧਨ ਨੂੰ ਸਾਂਭਣ ਵਾਲਾ ਹੋ ਜਾਂਦਾ ਹੈ, ਪਿਤਾ ਆਪਣੀ ਕਮਾਈ ਵੀ ਉਹਦੇ ਹਵਾਲੇ ਕਰ ਦਿੰਦਾ ਹੈ। ਇਸੇ ਤਰ੍ਹਾਂ ਅਸੀਂ ਜਿੰਨਾ ਜ਼ਿਕਰ ਉਸ ਧਨ ਨੂੰ ਸਾਂਭਣ ਵਾਲੇ ਨਹੀਂ ਹੁੰਦੇਗੇ, ਕਿਉਂਕਿ ਅਸੀਂ ਲੋਕ ਤਾਂ ਪਤਾ ਹੀ ਹੈ ਕਿ ਇਸ ਨੂੰ ਲੋਕਾਂ ਦੀ ਮਾਨ ਵਡਿਆਈ ਮੱਥੇ ਟਿਕਾਉਣ ਦੇ ਵਿੱਚ ਹੀ ਇਸ ਧਨ ਨੂੰ ਬਰਬਾਦ ਕਰ ਦਿੰਦੇ ਹੈ। ਕਿਸੇ ਦਾ ਪੁੱਤ ਰਾਜੀ ਕੀਤਾ, ਕਿਸੇ ਦੀ ਬਿਮਾਰੀ ਦੂਰ ਕੀਤੀ, ਕਹਿਣਗੇ ਹਾਂ ਜੀ ਫਲਾਣਾ ਤਾਂ ਬੜਾ ਅੱਛਾ ਹੈ, ਬੜਾ ਮਹਾਤਮਾ ਹੈ। ਆਪ ਕਹਿਣ ਲੱਗੇ ਜਦੋਂ ਉਹ ਮੱਥੇ ਟੇਕ ਟੇਕ ਕੇ ਸਾਥੋਂ ਲੈ ਜਾਣਗੇ ਸਾਡੇ ਕੋਲ ਕੀ ਰਹੇਗਾ। तो कहने का भाव इतना ही है कि जो कुदरत कानून है उस दे कदे भी महात्मा खिलाफ नहीं चलदेगे, ऐन उहदे नियमां दे मुताबिक ही इस संसार दे विच अपना जीवन बतीत करते हैं। सो आप प्यार दे नाल समझाउंदे है कि जदों ओह नाम दे धन नूं संभालण जोगरे हो जाते हैं, उन्हां दा गुरुदेव अपनी कमाई भी उन्हां दे हवाले कर दिंदा है। सौंपे जिस भंडार फिर पुछ ना लीतियन, जदों एक बारी उन्हां नूं भंडारी थाप दिता फिर उन्हां तो हिसाब किताब नहीं पुछदागा कि तुसी इस नूं इन्ना क्यों खर्च कर दिता, इतना नहीं करना सीगा। तो कहने का भाव इतना ही है कि सियाणा लड़का उसे थां खर्च करेगा जिथे जायज है। वह हमेशा ही आपदे पिता दी प्रसन्नता नूं लैण वास्ते हुंदा है। वो ये नहीं सोचदा कि अज मेरा पिता इस संसार नूं छड्ड गया है, मैं उसदे नाम नूं धब्बा लावां ਜਾਂ मैं उसके कहे अनुसार ना चला। ਉਹਦਾ पिता ਦਾ आपदे ਦਾ हमेशा नाम ਉੱਚਾ ਕਰਨ वास्ते ही सोचेगा कि मेरे पिता ਨੂੰ लोग ਕਹਿਣਗੇ, क्योंकि माड़ा कुत्ता खसमे गाली। इस वास्ते आ प्यार दे नाल समझाउंदे है कि मैं उस तो कुर्बान जाना है, बलिहार जाना है। हे मेरे प्रीतम सतगुरु, मैं तेरा नाम त्याग के ही जिउना है जी। मेरे प्रीत जीवन नाम त्याए, बिन नावे जीवन ना जिए। मेरे सतगुर नाम दिरड़ाए, नाम अमूलक रतन है, सतगुर पास। हुण बड़ी सोच विचार की गल है कि नाम कोई लफ्ज नहीं हुंदा। महाराज सावन सिंह कहंदे हुंदे सीगे, अगर लफ्ज नाम होवे तो एक लड़की भी चरखा कतन वाली दे सकती है। नाम तवज्जो हुंदी है, ताकत हुंदी है जो सेवक दे अंदर सतगुरु रखदा है। सो इस वास्ते आप कहन लगे वो उसके भंडारी बन के आउंदे है नाम दे शब्द दे। इस वास्ते आप कहते वो अमोलक धन है। मैं आम तौर पर दसदा हुंदा है कि परमात्मा की भगती अमोलक धन हुंदा है, वो हीरा हुंदा है, रतन हुंदा है। बेशक हीरे रतन इस दुनिया के कीमती पत्थर हन, मिट्टी हन,
ਲੇਕਿਨ ਫਿਰ ਵੀ ਦੁਨੀਆ ਦੀਆਂ ਕੀਮਤੀ ਚੀਜ਼ਾਂ ਦੇ ਨਾਲ ਸੰਤਾਂ ਨੇ ਤਸ਼ਬੀਹ ਦੇ ਕੇ ਸਾਨੂੰ ਦੱਸਿਆ ਹੈ ਕਿ ਉਹ ਅਮੋਲਕ ਧਨ ਹੈ, ਅਮੋਲਕ ਦਾਤ ਹੈ। ਪਰਮਾਤਮਾ ਦੀ ਭਗਤੀ ਜੋ ਹੈ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਨਾਸਕ ਹੈ। ਸੱਚਾ ਸੁਖ, ਸੱਚੀ ਇੱਜ਼ਤ ਦੀ ਇਹ ਦਾਤੀ ਹੈ। ਲੇਕਿਨ ਇਸ ਅਮੋਲਕ ਧਨ ਨੂੰ ਅਸੀਂ ਨਾ ਤਾਂ ਮੁੱਲ ਖਰੀਦ ਸਕਦੇ ਹਾਂ, ਨਾ ਜ਼ੋਰ ਨਾਲ ਇਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ, ਜਦ ਤੱਕ ਅਸੀਂ ਮਾਲਕ ਦੇ ਪਿਆਰਿਆਂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦੇ। ਪਰਮਾਤਮਾ ਦੇ ਭਗਤ ਪਰਮਾਤਮਾ ਤੋਂ ਵੱਧ ਕੇ ਹੁੰਦੇ ਹੈ, ਲੇਕਿਨ ਇਹ ਭਗਤੀ ਦੀ ਦਾਤ ਉਹਨਾਂ ਦੇ ਪਾਸ ਹੀ ਹੁੰਦੀ ਹੈ। ਇਸ ਵਾਸਤੇ ਜਦੋਂ ਅਸੀਂ ਨਿਮਰਤਾ ਦੇ ਨਾਲ ਉਹਨਾਂ ਦੇ ਅੱਗੇ ਆਜਿਜ਼ ਹੁੰਦੇ ਹਾਂ, ਉਹ ਸਾਡੇ ਬਰਤਨ ਨੂੰ ਭਰ ਦਿੰਦੇ ਹੈ। ਉਹਨਾਂ ਨੂੰ ਪਤਾ ਹੁੰਦਾ ਹੈ, ਕਿਉਂਕਿ ਮਹਾਤਮਾ ਦੇ ਅਸੀਂ ਜਦ ਕੋਲੇ ਜਾਂਦੇ ਹਾਂ, ਉਹਨਾਂ ਨੂੰ ਸਾਡੇ ਜਿਤਨੇ ਵੀ ਕਰਮ ਹੁੰਦੇ ਹੈ ਇਸ ਤਰ੍ਹਾਂ ਦੀਦੇ ਹੈ ਕਿ ਜਿਸ ਤਰ੍ਹਾਂ ਕੱਚ ਦੇ ਗਲਾਸ ਵਿੱਚ ਇਲਾਇਚੀਆਂ ਜਾਂ ਕੋਈ ਹੋਰ ਸਮਾਨ ਪਾਇਆ ਹੁੰਦਾ ਹੈ। ਸੰਤ ਕਦੇ ਵੀ ਨਾਮ ਦੇਣ ਲੱਗੇ ਗਲਤੀ ਨਹੀਂ ਖਾਂਦੇਗੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਦੇ ਜੁੰਮੇ ਕਿਤਨਾ ਕਾਲ ਦਾ ਕਰਜ਼ਾ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਉਹ ਅਮੋਲਕ ਧਨ ਬਾਜ਼ਾਰਾਂ 'ਚੋਂ ਨਹੀਂ ਮਿਲਦਾ, ਖੇਤਾਂ 'ਚ ਉਗਦਾ ਨਹੀਂਗਾ, ਉਹ ਤਾਂ ਪੂਰੇ ਸਤਿਗੁਰਾਂ ਦੇ ਪਾਸ ਹੀ ਹੈ। ਇਸ ਆਪ ਕਹਿੰਦੇ ਉਹ ਅਮੋਲਕ ਧਨ ਹੈ, ਮੁੱਲ ਨੂੰ ਨਹੀਂ ਮਿਲਦਾਗਾ ਜੀ। ਨਾਮ ਅਮੋਲਕ ਰਤਨ ਹੈ, ਪੂਰੇ ਸਤ ਗੁਰ ਪਾਸ। ਸਤ ਗੁਰ ਸੇਵੈ ਲਗਿਆ, ਕੱਢ ਰਤਨ ਦੇਵੈ ਪ੍ਰਗਾਸ। ਹੁਣ ਆਪ ਕਹਿੰਦੇ ਹੈ ਕਿ ਜੋ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਦਾ ਹੈ, ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਮੇਰੀ ਦੇਹ ਨਾਲੋਂ ਮੇਰੇ ਬਚਨਾਂ ਦੀ ਜ਼ਿਆਦਾ ਕਦਰ ਕਰੋ। ਜਿਨ੍ਹਾਂ ਨੂੰ ਗੁਰਮੁਖਾਂ ਦੇ ਨਾਲ ਪਿਆਰ ਹੁੰਦਾ ਹੈ, ਉਹਨਾਂ ਨੂੰ ਉਹਨਾਂ ਦੇ ਬਚਨ ਵੀ ਪਿਆਰੇ ਹੁੰਦੇ ਹੈ। ਇਸ ਵਾਸਤੇ ਆਪ ਕਹਿੰਦੇ ਹੈ ਜਦ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ, ਸਤਿਗੁਰਾਂ ਦੇ ਕਹੇ ਕਾਰ ਬਣ ਜਾਂਦੇ ਹਾਂ, ਕੱਢ ਰਤਨ ਦੇਵੈ ਪ੍ਰਕਾਸ਼। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਵੀ ਦੇਣ ਵਾਲੇ ਦਾ ਕੀ ਰੌਲਾ ਹੈ, ਸਵਾਲ ਤਾਂ ਲੈਣ ਵਾਲੇ ਦਾ ਹੈ। ਉਹ ਹਮੇਸ਼ਾ ਹੀ ਹੋਕਾ ਦਿੰਦਾ ਫਿਰਿਆ। ਸਤਿਗੁਰ ਸੇਵੈ ਲਗਿਆ, ਕਾਢੇ ਰਤਨ ਦੇਵੈ ਪ੍ਰਗਾਸ। ਧਨ ਵਡ ਭਾਗੀ ਵਡ ਭਾਗੀਆ, ਜੋ ਆਏ ਮਿਲੇ ਗੁਰ ਪਾਸ। ਗੁਰੂ ਦੇਹ ਨਹੀਂ ਹੁੰਦਾਗਾ, ਉਹਦੇ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਹੈ। ਗੁਰੂ ਤਾਕਤ ਹੁੰਦੀ ਹੈ, ਉਹ ਜਿਮੀ ਅਸਮਾਨ ਨੂੰ ਪੈਦਾ ਕਰਨ ਵਾਲਾ ਹੁੰਦਾ ਹੈ। ਇਸ ਵਾਸਤੇ ਆਪ ਕਹਿੰਦੇ ਹੈ ਕਿ ਉਹ ਬੜੇ ਭਾਗਾਂ ਵਾਲੇ ਜੀਵ ਹੁੰਦੇ ਹੈ ਜਿਹੜੇ ਐਸੇ ਮਹਾਤਮਾ ਦੇ ਕੋਲੇ ਜਾਂਦੇ ਹੈ ਔਰ ਨਾਮਦਾਨ ਪ੍ਰਾਪਤ ਕਰਦੇ ਹੈ ਜੀ। ਧਨ ਵਡ ਭਾਗੀ ਵਡ ਭਾਗੀਆ, ਜੋ ਆਏ ਮਿਲੇ ਗੁਰ ਪਾਸ। ਜਿਨ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ। ਗੁਰੂ ਰਾਮਦਾਸ ਨੇ ਪਹਿਲਾਂ ਨਾਮ ਦੇ ਫਾਇਦੇ ਦੱਸੇ ਕਿ ਕਿਸ ਤਰ੍ਹਾਂ ਨਾਮ ਦੇ ਵਿੱਚ ਸ਼ਾਂਤੀ ਹੈ, ਤ੍ਰਿਪਤੀ ਹੈ। ਉਹ ਨਾਮ ਦੇ ਖਜ਼ਾਨਚੀ ਸਤਿਗੁਰੂ ਬਣ ਕੇ ਆਉਂਦੇ ਆ, ਸਾਧੂ ਸੰਤ ਮਹਾਤਮਾ ਬਣ ਕੇ ਆਉਂਦੇ ਹੈ। ਫਿਰ ਗੁਰਮੁਖਾਂ ਦੀ ਵਡਿਆਈ ਕੀਤੀ ਕਿ ਉਹ ਕਿਸ ਤਰ੍ਹਾਂ ਸੇਵਕ ਦੇ ਅੰਦਰ ਨਾਮ ਨੂੰ ਪ੍ਰਗਟ ਕਰਦਾ ਹੈ। ਜੋ ਉਹਨਾਂ ਦੀ ਸੇਵਾ ਕਿਆ ਉਹਨਾਂ ਦੇ ਦੱਸੇ ਹੋਏ ਸਾਧਨ ਦੀ ਕਮਾਈ ਕਰਦਾ ਹੈ, ਉਸ ਨੂੰ ਉਹ ਰਤਨ ਤੇ ਰੱਖ ਦਿੰਦੇ ਹੈ, ਕਿਉਂਕਿ ਗੁਰੂ ਦੇਣ ਵਾਸਤੇ ਆਉਂਦਾ ਹੈ, ਉਹ ਦਾਤਾ ਬਣ ਕੇ ਆਉਂਦਾ ਹੈ। ਇਸ ਵਾਸਤੇ ਹੁਣ ਆਪ ਉਹਨਾਂ ਲੋਕਾਂ ਦਾ ਜ਼ਿਕਰ ਕਰਦੇ ਹੈ ਕਿ ਜਿਹੜੇ ਲਾਪਰਵਾਹ ਹੋਏ ਫਿਰਦੇ ਹੈ, ਕਹਿੰਦੇ ਸਾਨੂੰ ਕਿਸੇ ਸਾਧੂ ਸੰਤ ਮਹਾਤਮਾ ਦੀ ਜ਼ਰੂਰਤ ਹੀ ਨਹੀਂ। ਆਪ ਕਹਿਣ ਲੱਗੇ ਸੇ ਭਾਗਹੀਣ ਵਸ ਕਾਲ। ਉਹ ਕਿਹਦੇ ਭਾਗ ਲਿਆਉਣ? ਉੱਚੇ ਭਾਗ ਹੋਣ ਤਾਂ ਅਸੀਂ ਮਹਾਤਮਾ ਦੀ ਸੰਗਤ ਔਰ ਸੁਭ ਦੇ ਵਿੱਚ ਜਾ ਸਕਦੇ ਹਾਂ। ਉਦੋਂ ਉੱਚੇ ਭਾਗ ਹੋਣ ਤਾਂ ਹੀ ਅਸੀਂ ਸ਼ਬਦ ਨਾਮ ਦੀ ਕਮਾਈ ਕਰ ਸਕਦੇ ਹਾਂ। ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹੈ, ਸਤਿਗੁਰ ਬਾਝੋਂ ਕੋਈ ਨਾ ਸਾਥੀ ਧਰਮਰਾਜ ਦੇ ਮੰਦਰ ਦਾ। ਆਪ ਕਹਿੰਦੇ ਗੁਰੂ ਤੋਂ ਬਗੈਰ ਤੁਹਾਡਾ ਕੋਈ ਸਾਥੀ ਹੈ?
ਧਰਮਰਾਜ ਦੇ ਅੰਦਰ ਜਿਹੜਾ ਤੁਹਾਨੂੰ ਜਾ ਕੇ ਛੁਡਾ ਦੇਵੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਸੱਜਣ ਸੇਈ ਆਖੀਏ ਜੋ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਘੜੇ ਦਸਨ। ਕੌਣ ਸੱਜਣ ਹੈ ਜਿਹੜਾ ਔਖੇ ਵਕਤ ਕੰਮ ਆ ਜਾਵੇ। ਜਦ ਮੌਤ ਆਉਂਦੀ ਹੈ, ਸਾਨੂੰ ਸਰੀਰ ਤੋਂ ਅਲੱਗ ਕਰਿਆ ਜਾਂਦਾ ਹੈ, ਉਦੋਂ ਧਨ ਦੌਲਤ ਵੀ ਪਿਆ ਰਹਿ ਜਾਂਦਾ ਹੈ, ਪੁੱਤਰ ਧੀਆਂ ਕੋਲੇ ਬੈਠੇ ਹੁੰਦੇ ਹੈ, ਉਹਨਾਂ ਨੂੰ, ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਮੌਤ ਦਾ ਫਰਿਸ਼ਤਾ ਆਇਆ ਕਿੱਧਰੋਂ ਤੇ ਕੰਨ ਫੜ ਕੇ ਲੈ ਕਿੱਧਰ ਗਿਆ। ਵੱਧ ਤੋਂ ਵੱਧ ਉਹ ਸਾਡੀ ਇਮਦਾਦ ਕਰਨਗੇ ਤਾਂ ਰੋਲ ਲੈਣਗੇ, ਇਹ ਤੋਂ ਵੱਧ ਕੀ ਕਰ ਸਕਦੇ ਹੈ। ਕਬੀਰ ਸਾਹਿਬ ਕਹਿੰਦੇ ਹੈ ਕਿ ਕਾਲ ਐਡੀ ਤਾਕਤ ਹੈ ਕਿ ਰਾਜੇ ਮਹਾਰਾਜਿਆਂ ਦੇ ਸੰਤਰੀ ਖੜੇ ਖੜਾਏ ਰਹਿ ਜਾਂਦੇ ਹੈ, ਮਹੱਲ ਦੇ ਵਿੱਚੋਂ ਹੀ ਕਾਲ ਉਠਾ ਕੇ ਲੈ ਜਾਂਦਾ ਹੈ। ਮੈਂ ਕਈ ਦਫਾ ਦੱਸਦਾ ਹੁੰਦਾ ਹੈ ਕਿ ਜਦ ਰਾਜਾ ਪਟਿਆਲੇ ਦਾ ਅੰਤ ਸਮਾਂ ਆਇਆ ਸੀਗਾ, ਕਿਉਂਕਿ ਮੈਂ ਫਸਟ ਪਟਿਆਲੇ ਦੇ ਅੰਦਰ ਵਾਇਰਲੈਸ ਆਪਰੇਟਰ ਸੀਗਾ, ਸਾਨੂੰ ਉਸ ਵਕਤ ਸੈਂਕੜੇ ਆਦਮੀਆਂ ਨੂੰ ਮੋਤੀ ਬਾਗ ਦੇ ਉਦਾਲੇ ਖੜੇ ਕਰ ਦਿੱਤਾ, ਰਾਈਫਲਾਂ ਦੇ ਕੇ ਨੰਬਰ ਬੋਲਣ ਲੱਗ ਪਏ। ਲੇਕਿਨ ਉਦੋਂ ਹੀ ਪਤਾ ਲੱਗਿਆ, ਜਦ ਰਾਜੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਾਲ ਕਦ ਲੈ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਬੰਦੂਕਾਂ ਕਸੀਆਂ ਕਸਾਈਆਂ ਹੀ ਰਹਿ ਗਈਆਂ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ, ਮੰਝ ਮਹੱਲੋਂ ਲੈ ਗਿਆ ਐਸਾ ਕਾਲ ਕਰਾਲ, ਉਹ ਕਹਿੰਦਾ ਵਿਚਾਲੇ ਮਹਿਲ ਦੇ ਚੁੱਕ ਗਿਆ। ਇਸ ਵਾਸਤੇ ਆਪ ਕਹਿੰਦੇ ਸੇ ਭਾਗਹੀਣ ਵਸ ਕਾਲ, ਭਾਈ ਗੁਰੂ ਹੋਊ ਤਾਂ ਲੈਣ ਵਾਸਤੇ ਆਏਗਾ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਅਗਰ ਗੁਰੂ ਸਾਨੂੰ ਮੌਤ ਦੇ ਵਕਤ ਲੈਣ ਵਾਸਤੇ ਨਹੀਂ ਆਉਂਦਾਗਾ ਤਾਂ ਐਸੇ ਗੁਰੂ ਨੂੰ ਦੂਰੋਂ ਹੀ ਸਲਾਮ ਹੈ। ਐਸੇ ਗੁਰੂ ਕੋਲ ਜਾਣ ਦਾ ਕੀ ਫਾਇਦਾ ਹੋ ਸਕਦਾ ਹੈ। ਲੇਕਿਨ ਬੜੇ ਸੋਚ ਵਿਚਾਰ ਦੀ ਗੱਲ ਹੈ, ਸਾਨੂੰ ਵੀ ਆਪਣੇ ਗਲਮੇ ਦੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਕਿਉਂਕਿ ਗੁਰੂ ਨੇ ਕੋਈ ਸਾਥੋਂ ਕਰਜ਼ ਨਹੀਂ ਲਿਆ ਵੀ ਉਹ ਆਵੇ ਤੇ ਅਸੀਂ ਚੰਗੇ ਨਾ ਬਣੀਏ। ਕਬੀਰ ਸਾਹਿਬ ਕਹਿੰਦੇ ਹੈ, ਗੁਰੂ ਵਿਚਾਰਾ ਕਿਆ ਕਰੇ, ਜੇ ਸਿੱਖਣ ਵਿੱਚ ਚੂਕ, ਅੰਧੇ ਏਕ ਨਾ ਲੱਗੀ ਜੇ ਵਾਂਸ ਵਜਾਈ ਫੂਕ। ਅਗਰ ਨਾਮ ਲੈ ਕੇ ਸਿੱਖ ਫੇਰ ਸ਼ਰਾਬਾਂ ਕਬਾਬਾਂ ਪੀਂਦਾ ਹੈ, ਭੈੜੇ ਖੋਟੇ ਕਰਮ ਕਰਦਾ ਹੈ, ਸੋਚ ਕੇ ਦੇਖ ਲਓ ਉੱਥੇ ਗੁਰੂ ਦਾ ਕੀ ਕਸੂਰ ਹੋ ਸਕਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਬਈ ਜੇ ਤੁਸੀਂ ਫੇਰ ਵੀ ਕਹੋ ਕਿ ਗੁਰੂ ਆਵੇ, ਇਹ ਤਾਂ ਉਹ ਬਾਤ ਹੋਈ, ਲੱਦ ਵੀ ਦੇ, ਲਦੇਂਦਾ ਵੀ ਦੇ ਤੇ ਘਰੋਂ ਲੱਦਣ ਵਾਲਾ ਵੀ ਦੇ। ਜਿਹੜਾ ਕੰਮ ਸੇਵਕ ਦਾ ਹੈ ਉਹ ਸੇਵਕ ਨੂੰ ਕਰਨਾ ਪਏਗਾ, ਔਰ ਜਿਹੜਾ ਗੁਰੂ ਦਾ ਕੰਮ ਹੈ ਉਹ ਗੁਰੂ ਕਰੇਗਾ। ਗੁਰੂ ਆਪ ਦੀ ਡਿਊਟੀ ਤੋਂ ਕਦੇ ਵੀ ਪਿਛਾਂਹ ਨਹੀਂ ਹਟਦਾਗਾ, ਕਿਉਂਕਿ ਉਹ ਬਚਨ ਦਾ ਪੂਰਾ ਹੁੰਦਾ ਹੈ, ਉਹ ਬਚਨ ਦਾ ਸੂਰਮਾ ਹੁੰਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਪੂਰੇ ਗੁਰੂ ਨਹੀਂ ਮਿਲਦੇਗੇ, ਉਹਨਾਂ ਦੀ ਕਾਲ ਖਬਰ ਲੈਂਦਾ ਆ ਕੇ ਜੀ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ। ਓਏ ਫਿਰ ਜੋਨ ਪਵਾਈ ਹੈ, ਵਿੱਚ ਵਿਸ਼ਟਾ ਕਰ ਵਿਕਰਾਲ। ਹੁਣ ਬੜੀ ਸੋਚ ਵਿਚਾਰ ਦੀ ਗੱਲ ਹੈ ਕਿ ਕਾਲ ਦਾ ਵੀ ਕਾਨੂੰਨ ਹੈ। ਜੋ ਲੋਕ, ਜੋ ਆਤਮਾ ਐਸੀਆਂ ਮਹਾਨ ਸ਼ਖਸੀਅਤਾਂ ਤੋਂ ਫਾਇਦਾ ਨਹੀਂ ਉਠਾਉਂਦੀਆਂ, ਤੁਸੀਂ ਦੇਖੋ ਗੁਰੂ ਆਉਂਦਾ ਹੈ, ਕੋਈ ਵੀ ਮੁਆਵਜ਼ਾ ਕਿਸੇ ਤੋਂ ਨਹੀਂ ਲੈਂਦਾਗਾ। ਸੰਤ ਮਹਾਤਮਾ ਕਦੇ ਵੀ ਕਿਸੇ ਸੁਸਾਇਟੀ ਦੇ ਉੱਤੇ ਬੋਝਾ ਬਣ ਕੇ ਨਹੀਂ ਆਉਂਦੇਗੇ, ਬਲਕਿ ਮੁਫਤ ਦਾ ਸਾਡਾ ਭਾਰ ਚੱਕਦੇ ਹੈ, ਮੁਫਤ ਦਾ ਸਾਨੂੰ ਆ ਕੇ ਉਹ ਉਪਦੇਸ਼ ਕਰਦੇ ਹੈ। ਉਹ ਆਪਣੇ ਇਲਮ ਦੀ ਕੋਈ ਫੀਸ ਨਹੀਂ ਕਿਸੇ ਤੋਂ ਲੈਂਦੇਗੇ। ਅਗਰ ਫਿਰ ਵੀ ਅਸੀਂ ਫਾਇਦਾ ਨਾ ਉਠਾਈਏ ਤਾਂ ਫਿਰ ਕਾਲ ਕੀ ਕਰਦਾ ਹੈ, ਵਿੱਚ ਵਿਸ਼ਟਾਂ ਕਰ ਬਕਰਾਲ, ਫਿਰ ਜੋਨ ਪਵਾਈਏ। ਆਪ ਕਹਿਣ ਲੱਗੇ ਕਦੇ ਉਹਨੂੰ ਕਿਤੇ ਜਨਮ ਦਿੰਦਾ, ਕਦੇ ਕਿਤੇ ਦਿੰਦਾ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਵਿਸ਼ਟਿਆਂ ਦੇ ਕੀੜਿਆਂ ਤੱਕ ਵੀ ਬਣਾ ਦਿੰਦਾ ਹੈ ਕਿ ਤੜਫੋ ਬਈ ਜੀ। ਓਏ ਫਿਰ ਜੋਨ ਪਵਾਈ ਹੈ, ਵਿੱਚ ਵਿਸ਼ਟਾ ਕਰ ਵਿਕਰਾਲ। ਉਨ ਪਾਸ ਦੁਆਸ ਨਾ ਭੇਟੀਐ, ਜਿਨੇ ਅੰਤਰ ਕ੍ਰੋਧ ਚੰਡਾਲ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਆਪ ਨੇ ਦੱਸਿਆ ਹੀ ਤ੍ਰਿਪਤੀ ਸ਼ਾਂਤੀ ਨਾਮ ਵਿੱਚ ਹੈ। ਅਗਰ ਅਸੀਂ ਸ਼ਾਂਤੀ ਨਾਮ ਨੂੰ ਜਪ ਕੇ ਨਹੀਂ ਪ੍ਰਾਪਤ ਕਰਦੇ, ਕਿਉਂਕਿ ਮਨ ਨੇ ਤਾਂ ਨਿਚਲਾ ਨਹੀਂ ਬੈਠਣਾਗਾ, ਅਗਰ ਇਸ ਨੂੰ ਤੁਸੀਂ ਅੰਮ੍ਰਿਤ ਦਾ ਰਸ ਨਾ ਪਿਆਓਗੇ
ਤੇ ਦੁਨੀਆ ਦੇ ਰਸਾਂ ਦੇ ਵਿੱਚ ਤੁਹਾਨੂੰ ਲੈ ਜਾਵੇਗਾ। ਆਪ ਕਹਿਣ ਲੱਗੇ ਜਾਂ ਤੁਹਾਨੂੰ ਕਾਮ 'ਚ ਫਸਾ ਦੇਗਾ ਜਾਂ ਕ੍ਰੋਧ 'ਚ ਫਸਾ ਦੇਗਾ। स्वामी जी महाराज कहते हैं, जो जो चोर भजन दे प्राणी, से दुख सहे, आलस नींद सतावे, उनको नित नित भरम गहे, काम क्रोध के धक्के खावे, लोभ नदी में डूब मरे। अगर भजन नहीं कर देगे, भजन दे चोरां दी की हालत हुंदी है, या वो काम दे वस हो जाणगे या क्रोध दे वस हो जाणगे। क्रोध दी भगती नहीं कर सकदा, कामी नहीं कर सकदा, काम नाल रूह थल्ले गिर जाती है, नाम की चढ़ाई उपर नूं है, काम और नाम की दुश्मनी है। क्रोधी का ख्याल फैल जाता है, क्रोधी के मत्थे की जोत जिहड़ी है वो बुझ जाती है और क्रोधी परेशान हो जाता है। क्रोध कई बीमारियां भी ला दिंदा हुंदा है। इस वास्ते क्रोध की मर्ज कोई छोटी जी नहीं हुंदी गी। इस वास्ते आप प्यार दे नाल समझाउंदे है कि ऐसे इंसानां दी संगत करनी है, कि सोबत करनी है। आप कहने लगे एक बारी जाए बगैर तो पता नहीं लगता, दमारे ऐसे कोले ना जाओ। आप कहते तिस पास द्वास ना पिटीए, जिन अंतर क्रोध चंडाल, जिन्हां ने इन्हां चीजां नूं जगह दित्ती आपदे अंदर, आप कहने लगे उन्हां दे पास दूजी दफा ना जाओ जी। उन पास दुआस ना पिटीए, जिन्हें अंतर क्रोध चंडाल, सतगुर पुरख अमृत सारे, वड भागी नावे आए। हुण आप प्यार नाल समझाउंदे है कि असीं आम तौर दे उत्ते दुनियादार लोग तीर्थां दे उत्ते इशनान करन ची मुक्ति समझदे हैं, नदियां नालियां दरियावां दे उत्ते इशनान करन दे विच मुक्ति समझदे हैं। लेकिन पानी चाहे नदी का चाहे नाले का है, चाहे अच्छे तो अच्छे किसी तालाब का है, हर पानी में इतनी ताकत है कि वो सिर्फ बदन की मैल ही ला सकता है। पापां की जो मैल है वो शब्द नाम ही ला सकता है। गुरु साहब कहने लगे असली तीर्थ जो है वो संता महात्मा का सत्संग है। थोड़ा गुरु ही असली तीर्थ है। गुरु साहब कहते समुंद बरोल शरीर हम देखा, एक वस्त अनूप दिखाई, गुर गोबिंद गोबिंद गुरु है, नानक भेद ना पाई। आप कहने लगे जी इशनान करना है तो कित्थे करोगे? ये शरीर सरबर है संतो, इशनान करे लिवलाए, नाम इशनान करे से जन निर्मल, शब्दे मैल गवाए। अगर तुसी इशनान करना है तो अंदर जाओ, पार ब्रह्म दे विच पहुंचो, फिर थोड़े जन्मां जन्मांतरां दे जिहड़े पाप है वो उतर जाणगे। इस वास्ते आप कहंदे वड भागी नाए आए, वो वड्डे भागां वाले है जो सतगुरां दे तीर्थ दे विच आके इशनान करदे है, अपनी जन्मां जन्मांतरां दी मैल ला के अपनी आत्मा नूं प्योर और पवित्र कर लेंदे हन जी। सतगुर पुरख अमृत सारे, वड भागी नावै आए। उन जन्म जन्म की मैल उतरे, निर्मल नाम दृढ़ाए। आप कहने लगे की फायदा हुंदा है? एक जन्म दी नहीं, जन्मां जन्मांतरां दी मैल खत्म हो जाती है, क्योंकि कुछ असी उन्हां दे बचनां नूं सुन के भैड़े खोटे कर्म छड्ड जाने हैं, कुछ वो अपनी दया दे नाल सानू प्योर और पवित्र कर दिंदे है। इस वास्ते साडी आत्मा प्योर पवित्र हो जाती है। आखिर साडे अंदर भी नाम जपण दा शौक बिरे तड़फ पैदा हो जाती है जी। उन्हें जन्म जन्म की मैल उतरे, निर्मल नाम दृढ़ाए। जन नानक उत्तम पद पाया, सतगुर की लिवलाए। गुरु रामदास ने हर पहली तो इस शब्द दे विच समझाया कि नाम दे की फायदे है, गुरु दे कोले जाण दे की फायदे है, संता महात्मा कोले जाण दे की फायदे है। अगर असी संता महात्मा कोलों नाम प्राप्त करके उसकी कमाई नहीं करते तो उसके की घाटे है। आपने बड़े प्यार नाल दस्या कि अगर तुसी पापां दी मैल लाउणी है तो अपने अंदर जाओ, शब्द नाम दे विच इशनान करो। यही पापां दे लाउण दी वड्डी
ਸਾਬਣ ਹੈ। ਔਰ ਆਖਰ ਕਹਿਣ ਲੱਗੇ ਸਾਨੂੰ ਜੋ ਉੱਤਮ ਪਦਵੀ ਜਿਸ ਦਾ ਅਸੀਂ ਬਿਆਨ ਕੀਤਾ ਹੈ ਇਹ ਕਿਦੋਂ ਮਿਲੀ, ਕਿਹਦੀ ਦਇਆ ਨਾਲ ਮਿਲੀ? ਕਹਿੰਦੇ ਗੁਰੂਆਂ ਦੀ ਦਇਆ ਨਾਲ, ਗੁਰੂਆਂ ਦੇ ਨਾਲ ਪਿਆਰ ਕਰਨਾ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਣ ਨਾਲ। ਆਪ ਕਹਿਣ ਲੱਗੇ ਅੱਜ ਸਾਡੀ ਆਤਮਾ ਇਸ ਮਨ ਜ਼ਾਲਮ ਦੇ ਪੰਜੇ ਤੋਂ ਆਜ਼ਾਦ ਹੋ ਕੇ ਆਪਣੇ ਘਰ ਪਹੁੰਚ ਗਈ ਹੈ, ਸਾਨੂੰ ਵੀ ਉੱਤਮ ਪਦਵੀ ਮਿਲ ਗਈ ਹੈ। ਆਪ ਕਹਿਣ ਲੱਗੇ ਨਾਨਕ ਗੁਰ ਤੇ ਗੁਰ ਭਏ ਦੇਖੋ ਤਿਸ ਕੀ ਰਜਾਏ। ਕਿਆ ਅਸੀਂ ਵੀ ਗੁਰੂ ਨੂੰ ਮਿਲ ਕੇ ਗੁਰੂ ਬਣ ਗਏ हैं? ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਇਹ ਸਭ ਕਿਰਪਾ ਕਿਹਨਾਂ ਦੀ ਹੈ? ਸਾਡੇ ਸਤਿਗੁਰਾਂ ਦੀ ਹੈ। ਉਹਨਾਂ ਨੇ ਦਇਆ ਕੀਤੀ, ਨਾਮ ਦਿੱਤਾ, ਉਹਨਾਂ ਦੀ ਮਿਹਰਬਾਨੀ ਦੇ ਨਾਲ ਹੀ ਕਮਾਈ ਕਰ ਸਕੇ, ਉਹਨਾਂ ਦੀ ਦਇਆ ਦੇ ਨਾਲ ਹੀ ਭੈੜੇ ਖੋਟੇ ਕਰਮ ਛੱਡ ਸਕੇ। ਆਖਰ ਕੀ ਹੋਇਆ ਕਿ ਉਹਨਾਂ ਨੇ ਸਾਨੂੰ ਆਪਣੇ ਸਟੇਜ ਦੇ ਉੱਤੇ ਖੜੇ ਕਰਕੇ ਦਇਆ ਕਰ ਦਿੱਤੀ, ਮਿਹਰ ਕਰ ਦਿੱਤੀ। ਸਾਨੂੰ ਵੀ ਚਾਹੀਦਾ ਹੈ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਸਫਲ ਬਣਾਈਏ। ਸਤਸੰਗ ਦੇ ਅੰਦਰ ਆਉਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਜੋ ਕੁਛ ਅਸੀਂ ਮਹਾਤਮਾ ਤੋਂ ਸੁਣਦੇ ਹਾਂ ਉਹਦੇ ਉੱਤੇ ਅਮਲ ਕਰੀਏ। ਮਹਾਤਮਾ ਸਾਨੂੰ ਹਮੇਸ਼ਾ ਹੀ ਬੁਰੀ ਸੰਗਤ ਤੋਂ ਵਰਜਦੇ ਹੈ, ਨੇਕ ਸੰਗਤ ਦੇ ਵਿੱਚ ਰਹਿਣ ਦਾ ਉਪਦੇਸ਼ ਕਰਦੇ ਹੈ, ਸ਼ਬਦ ਨਾਮ ਦੀ ਕਮਾਈ ਦੀ ਤਰਫ ਸਾਨੂੰ ਪ੍ਰੇਰਦੇ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਸਫਲ ਬਣਾਈਏ, ਪਿਓਰ ਔਰ ਪਵਿੱਤਰ ਬਣਾਈਏ। होने जन्म जन्म की मैल उतरै, निर्मल नाम दिरड़ाए। जन नानक उत्तम पद पाया, सतगुर की लिवला